ਮੇਰੇ ਖਿਆਲ 'ਚ ਮੈਂ ਫਿਰ ਦੇਖ ਕੇ ਦੱਸ ਦੇਣਾ ਤੁਹਾਨੂੰ ਜੀ। ਵਾਹਿਗੁਰੂ। ਧੰਨਵਾਦ ਅੰਕਲ ਜੀ। ਹਾਂਜੀ ਹਾਂਜੀ, ਮੇਰੇ ਹਿਸਾਬ ਨਾਲ ਹਾਂਜੀ ਤੁਸੀਂ 139 ਹੀ ਕਿਹਾ ਹਰ ਦਫਾ। ਹਾਂਜੀ ਹਾਂਜੀ 139 ਚੌਥੀ ਪੌੜੀ ਹੈਗੀ ਆ। ਉਸ ਤੋਂ ਪਹਿਲਾਂ ਸ਼ਲੋਕ ਹੈਗੇ, ਉਹ ਸ਼ਲੋਕ ਲੈਣ ਲੱਗੇ ਆ। ਔਰ ਸ਼ਲੋਕ ਵੀ ਪਹਿਲੀ ਪਾਤਸ਼ਾਹੀ ਦਾ ਹੈਗਾ, ਜਿਨ੍ਹਾਂ ਦੀ ਵਾਰ ਹੈਗੀ, ਜਿਨ੍ਹਾਂ ਦੇ ਜਿਹੜੇ ਹੈਗੇ ਆ ਇਹ ਪੌੜੀਆਂ ਹੈਗੀਆਂ। ਔਰ ਇਸ ਤੋਂ ਪਹਿਲਾਂ ਮਹਾਰਾਜ ਨੇ ਆਪਾਂ ਨੂੰ ਦੱਸਿਆ ਸੀਗਾ ਕਿ ਪਰਮਾਤਮਾ ਨੇ ਜਿਹੜਾ ਖੇਡ, ਇਹ ਹਮੇਸ਼ਾ ਉਹ ਇੱਕ ਪਰਮਾਤਮਾ ਹੈਗਾ, ਉਹਨੇ ਇੱਕ ਤੋਂ ਅਨੇਕਤਾ ਕੀਤੀ ਹੈ। ਇਹ ਦੂਜਾ ਡੁਐਲਿਟੀ ਵਾਲਾ, ਆਪਾਂ ਨੂੰ ਡੁਐਲਿਟੀ ਲੱਗਦੀ ਆ, ਪਰ ਹੈ ਇੱਕੋ ਹੀ ਮਾਲਕ ਪਰਮਾਤਮਾ। ਉਹਨੇ ਜਿਹੜਾ ਹੈਗਾ ਇਹ ਸਾਰੀ ਦੀ ਸਾਰੀ ਖੇਡ ਬਣਾਈ ਹੋਈ ਹੈ। ਔਰ ਹਉਮੈ ਪਾਈ ਹੈ, ਲੋਭ ਪਾਇਆ ਹੈ ਪਦਾਰਥਾਂ ਦਾ ਜਨਤਾ ਦੇ ਵਿੱਚ, ਅਤੇ ਰੱਖਣਾ ਮਾਲਕ ਪਰਮਾਤਮਾ ਨੇ। ਗੇਮ 'ਚੋਂ ਬਾਹਰ ਉਹਨੇ ਕੱਢਣਾ ਹੈ, ਪਰ ਆਪਾਂ ਨੇ ਜਿਹੜਾ ਹੈਗਾ ਪਾਤਰ ਬਣਨਾ ਹੈ, ਗੁਰੂ ਦੀ ਮੱਤ ਲੈਣੀ ਆ ਅਤੇ ਆਪਣੇ ਮਨ ਨੂੰ ਖੜਾ ਕਰਨਾ ਹੈ। ਔਰ ਇਹ ਜਿਹੜੀ ਹੈਗੀ, ਇਹ ਚਾਕਰੀ ਜਿਹੜੀ ਹੈਗੀ, ਇਹ ਸਭ ਤੋਂ ਨੰਬਰ 1 ਦੇ ਉੱਤੇ ਜੀਵਨ ਦੇ ਵਿੱਚ ਲੈ ਕੇ ਆਉਣਾ ਹੈ ਇਹ ਕੰਮ। ਮਹਾਰਾਜ ਕਹਿੰਦੇ ਇਹਦੇ ਟੱਕਰ ਦੇ ਵਿੱਚ, ਇਹਦੇ ਮੁਕਾਬਲੇ ਦੇ ਵਿੱਚ ਬਾਕੀ ਕਾਰਾਂ ਬੇਕਾਰ ਹੈਗੀਆਂ। ਇਹ ਸਭ ਤੋਂ ਸਿਖਰਲੀ, ਸਭ ਤੋਂ ਤੇਰੇ ਲਾਭਦਾਇਕ ਕਾਰ ਹੈਗੀ ਆ, ਇਹਨੂੰ ਨਹੀਂ ਛੱਡਣਾ ਪਾਏ। ਇਸੇ ਨੇ ਤੈਨੂੰ ਜਿਹੜਾ ਹੈਗਾ ਦੁਨੀਆ ਦੇ ਵਿੱਚ ਰਹਿ ਕੇ, ਇਹ ਸਵਾਦਾਂ ਦੇ ਵਿੱਚ, ਸੰਸਾਰ ਸਮੁੰਦਰ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਰਹਿ ਕੇ ਇਹਨੇ ਤੈਨੂੰ ਕਮਲ ਦੇ ਵਾਂਗੂ ਉੱਪਰ ਰੱਖਣਾ ਹੈ। ਜੇ ਤੂੰ ਇਹ ਕਾਰ ਕਰਦਾ ਰਹਿ ਗਿਆ ਤੇ ਅੰਦਰੋਂ ਬਾਹਰੋਂ ਦੋਨੋਂ ਪਾਸੇ ਨਿਰਮਲ ਹੋ ਜਾਏਗਾ ਅਤੇ ਪਰਮਾਤਮਾ ਦੇ ਵਿੱਚ ਸਮਾ ਜਾਏਗਾ। ਇਸੀ ਤੀਸਰੀ ਪੌੜੀ ਜਿਹੜੀ ਹੈਗੀ ਆ, ਕਿਉਂਕਿ ਇਹ ਪਿਛਲਾ ਰੈਫਰੈਂਸ ਲਵਾਂਗੇ ਤੇ ਅੱਗੇ ਪਤਾ ਲੱਗੇਗਾ ਵੀ ਇਸ ਤੋਂ ਅੱਗੇ ਮਹਾਰਾਜ ਕੀ ਕਹਿਣਾ ਚਾਹੁੰਦੇ ਆ। ਸ਼ਲੋਕ ਮਹੱਲਾ ਪਹਿਲਾ। ਸੋਨੇ ਕਹਿ ਪਰਬਤ ਗੁਫਾ ਕਰੀ, ਕਹਿ ਪਾਣੀ ਪਿਆਲ। ਮਹਾਰਾਜ ਕਹਿੰਦੇ ਭਾਈ, ਜੇ ਮਾਲਕ ਪਰਮਾਤਮਾ ਮਿਲਦਾ ਹੋਏ ਤੇ ਮੈਂ ਨਾ ਸੋਨੇ ਦੇ ਪਹਾੜ ਦੇ ਉੱਤੇ ਜਾ ਕੇ ਉਹਦੇ ਵਿੱਚ, ਉਹਦੀ ਗੁਫਾ ਦੇ ਵਿੱਚ ਜਾ ਕੇ ਛੁਪ ਜਾਵਾਂ। ਜਾਂ ਜੇ ਪਰਮਾਤਮਾ ਹੋਰ ਕਿਸੇ ਕਰਮ ਕਾਂਡ ਦੇ ਨਾਲ ਮਿਲਦਾ ਹੋਏ ਤੇ ਮੈਂ ਪਾਣੀ ਦੇ ਵਿੱਚ ਜਾ ਕੇ ਬਿਲਕੁਲ 4 ਕਿਲੋਮੀਟਰ ਸਮੁੰਦਰ ਦੀ ਸਤ੍ਹਾ ਦੇ ਵਿੱਚ ਪਣਡੁੱਬੀ ਦੇ ਨਾਲ ਆਕਸੀਜਨ ਵੀ ਉੱਥੇ ਪੈਦਾ ਕਰਕੇ, ਸਾਰਾ ਖਾਣ ਖੂਣ ਦਾ ਸਮਾਨ ਲਿਜਾ ਕੇ ਉੱਥੇ ਬੈਠ ਜਾਵਾਂ। ਕਹਿ ਪਾਣੀ ਪਿਆਲ, ਕਿ ਮੈਂ ਪਾਣੀ ਦੇ ਵਿੱਚ ਰਵਾਂ। ਜੇ ਮਾਲਕ ਪਰਮਾਤਮਾ ਇਸ ਤਰੀਕੇ ਦੇ ਨਾਲ ਮਿਲਦਾ ਹੋਏ ਤੇ ਕਹਿ ਵਿੱਚ ਧਰਤੀ, ਕਹਿ ਆਕਾਸ਼ੀ, ਉਰਧ ਰਹਾ ਸਿਰ ਭਾਰ, ਕਿ ਮੈਂ ਜਿਹੜਾ ਨਹੀਂ ਤਾਂ ਧਰਤੀ ਦੇ ਵਿੱਚ ਹੀ ਖੂਬ ਡੂੰਘਾ ਟੋਆ ਪੁੱਟ ਕੇ ਜਿਹੜਾ ਹੈਗਾ ਉੱਥੇ ਸਾਰਾ ਜਿਹੜਾ ਹੈਗਾ ਏਅਰ ਕੰਡੀਸ਼ਨ ਕਰਕੇ ਔਰ ਸਾਰਾ ਵਧੀਆ ਤਰੀਕੇ ਨਾਲ ਸਾਰਾ ਫੈਸਿਲਿਟੀਆਂ ਰੱਖ ਕੇ ਮੈਂ ਉੱਥੇ ਬੈਠ ਜਾਵਾਂ ਜਾ ਕੇ। ਜਾਂ ਮੈਂ ਆਕਾਸ਼ ਦੇ ਵਿੱਚ ਕਿਤੇ ਜਿਹੜਾ ਹੈਗਾ ਰੌਕਟ ਦੇ ਨਾਲ ਜਿਹੜਾ ਹੈਗਾ ਉੱਡ ਕੇ ਜਾ ਕੇ ਉੱਥੇ ਸਿਰ ਦੇ ਭਾਰ ਖੜਾ ਹੋ ਜਾ। ਜੇ ਇਸ ਤਰੀਕੇ ਦੇ ਨਾਲ ਆਹ ਕਰਮ ਕਾਂਡਾਂ ਦੇ ਨਾਲ ਪਰਮਾਤਮਾ ਮਿਲਦਾ ਹੋਏ ਤੇ ਪੁਰ ਕਰ ਕਾਇਆ ਕੱਪੜ ਪੈਰਾਂ, ਧੋਵਾਂ ਸਦਾਕਾਰ। ਜੇ ਬਾਹਰ ਦੇ ਭੇਸ ਦੇ ਨਾਲ ਪਰਮਾਤਮਾ ਮਿਲਦਾ ਹੈ ਤੇ ਮੈਂ ਤਾਂ ਪੂਰਾ ਸਿਰ ਤੋਂ ਲੈ ਕੇ ਪੈਰ ਤੱਕ ਜਿਹੜਾ ਹੈਗਾ ਮੈਂ ਪੂਰਾ ਦਾ ਪੂਰਾ ਜਿਹੜਾ ਹੈਗਾ ਕੱਪੜੇ ਪਾ ਲਾਂ ਭਾਈ। ਜਿਹੇ ਕੱਪੜੇ ਦੇ ਨਾਲ ਪਾਉਣ ਦੇ ਨਾਲ ਜੇ ਵੇਸ ਦੇ ਨਾਲ ਮਾਲਕ ਮਿਲਦਾ ਹੈ ਤੇ ਮੈਂ ਤਾਂ ਉਹ ਵੇਸ ਕਰਨ ਨੂੰ ਬਿਲਕੁਲ ਤਿਆਰ ਬੈਠਾ ਹੈ, ਤਿਆਰ ਬਰ ਤਿਆਰ। ਪੁਰਕਰ ਕਾਇਆ ਕੱਪੜ ਪੈਰਾਂ, ਧੋਵਾਂ ਸਦਾਕਾਰ। ਜੇ ਕਿਤੇ ਮਾਲਕ ਪਰਮਾਤਮਾ ਨਹਾਉਣ ਧੋਣ ਦੇ ਨਾਲ ਮਿਲਦਾ ਹੈ, ਸਰੀਰ ਦੇ ਨਾਲ ਧੋਣ ਦੇ ਨਾਲ, ਤੇ ਮੈਂ ਤਾਂ ਸਦਾ ਹੀ ਇਹ ਕਾਰ ਕਰਦੇ ਰਵਾਂ। ਸਵੇਰੇ ਸ਼ਾਮ ਦੁਪਹਿਰੇ ਮੈਂ ਨਹਾਉਂਦਾ ਹੀ ਰਵਾਂ। ਬੱਗਾ ਰੱਤਾ ਪੀਲਾ ਕਾਲਾ, ਬੇਦਾਂ ਕਰੀ ਪੁਕਾਰ। ਜੇ ਕਿਤੇ ਰੰਗ ਬਿਰੰਗੇ ਜਿਹੜੇ ਹੈਗੇ ਡਰੈਸ ਕੋਡ ਭਗਵਾਂ ਪਾ ਲਈਏ, ਚਿੱਟਾ ਪਾ ਲਾਂ, ਲਾਲ ਪਾ ਲਾਂ, ਰੱਤਾ ਮਤਲਬ ਲਾਲ, ਪੀਲਾ ਪੀਲਾ ਚੋਲਾ ਸਵਾ ਲਾਂ, ਮੈਂ ਚਿੱਟਾ ਚੋਲਾ ਸਵਾ ਲਾਂ, ਲਾਲ ਚੋਲਾ ਸਵਾ ਲਾਂ, ਕਾਲਾ ਸਵਾ ਲਾਂ। ਬੇਦਾਂ ਕਰੀ ਪੁਕਾਰ, ਮੈਂ ਗਿਆਨ ਨੂੰ ਪੁਕਾਰਤੇ ਰਵਾਂ। ਗਿਆਨ ਨੂੰ, ਇਹ ਗਿਆਨ ਜਿਹੜਾ ਹੈਗਾ ਇਹਨੂੰ ਮੈਂ ਬਾਰ-ਬਾਰ ਇਹਦੇ ਪਾਠ ਹੀ ਕਰਦੇ ਰਵਾਂ। ਜੇ ਇਸ ਤਰੀਕੇ ਦੇ ਨਾਲ ਉਹ ਪਰਮਾਤਮਾ ਮਿਲਦਾ ਹੋਏ ਤੇ ਬੱਗਾ ਰੱਤਾ ਪੀਲਾ ਕਾਲਾ, ਬੇਦਾਂ ਕਰੀ ਪੁਕਾਰ। ਬੇਦਾਂ, ਇੱਥੇ ਬੇਦਾਂ ਲਿਖਿਆ ਹੋਇਆ ਖਾਲੀ। ਇਹਨਾਂ ਨੇ ਕਹਿਣਾ ਪਤਲੀ ਗਲੀ ਤੋਂ ਨਿਕਲਣ ਵਾਸਤੇ, ਇਹ ਤਾਂ ਜੀ ਵੇਦ 4 ਵੇਦਾਂ ਦੀ ਗੱਲ ਲਿਖੀ ਹੋਈ। ਨਾ ਬਈ ਨਾ, ਇਹ ਗਿਆਨ ਦੀ ਗੱਲ ਲਿਖੀ ਹੋਈ ਹੈ। ਜੇ ਗਿਆਨ ਨੂੰ ਪੁਕਾਰਨ ਦੇ ਨਾਲ, ਇਕੱਲੇ ਗਿਆਨ ਦੇ ਨਾਲ, ਇਹ ਨਹੀਂ ਆਪਾਂ ਕਹਿ ਰਹੇ, ਬਾਣੀ ਇਹ ਨਹੀਂ ਕਹਿ ਰਹੀ ਵੀ ਗਿਆਨ ਨੂੰ ਨਹੀਂ ਆਪਾਂ ਨੇ ਲੈਣਾ। ਆਪਾਂ ਵੀ ਤਾਂ ਗਿਆਨ ਹੀ ਲੈ ਰਹੇ ਹਾਂ, ਆਪਾਂ ਹੋਰ ਕੀ ਕਰ ਰਹੇ ਹਾਂ।
ਕੱਲੇ ਗਿਆਨ ਦੇ ਨਾਲ ਭਾਈ ਖਾਲੀ ਗਿਆਨ ਨੂੰ ਪੜ੍ਹ ਲਿਆ, ਵਿਚਾਰ ਲਿਆ ਤੇ ਕਹਿੰਦੇ ਇਹ ਤਾਂ ਭਾਵੇਂ ਜਿੰਨਾ ਮਰਜ਼ੀ ਪੁਕਾਰਦੇ ਰਵਾਂ, ਜਿੰਨਾ ਮਰਜ਼ੀ ਪੜ੍ਹਦੇ ਰਵਾਂ। ਤੇ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ। ਕਹਿੰਦੇ ਨਹੀਂ ਚੱਲ ਜੇ ਰੱਬਾ ਜੇ ਇਸ ਤਰ੍ਹਾਂ ਫਿਰ ਸਾਫ਼ ਸਫਾਈ ਨੇ ਜਾਂ ਕੱਪੜੇ ਕੁਪੜੇ ਪਹਿਨਣ ਦੇ ਨਾਲ ਜਾਂ ਇੱਧਰ ਉੱਧਰ ਜਿਹੜਾ ਹੈਗਾ ਜਾ ਕੇ ਗੁਫਾ ਦੇ ਵਿੱਚ ਰਹਿਣ ਦੇ ਨਾਲ ਤੂੰ ਨਹੀਂ ਮਿਲਦਾ। ਤੇ ਇੱਕ ਹੋਰ ਫਿਰਕਾ ਹੈਗਾ, ਇਹ ਜੈਨੀ ਜਿਹੜੇ ਹੈਗੇ ਆ, ਨਹਾਉਂਦੇ ਹੀ ਨਹੀਂ ਹੈਗੇ, ਬਾਲ ਬੁੱਲ ਜਿਹੜੇ ਹੈਗੇ ਆਪਣੇ ਪੁੱਟ ਕੇ ਜਿਹੜੇ ਹੈਗੇ ਉਹ ਜਿਹੜੇ ਹੈਗੇ ਬਾਲ ਪੁੱਟ ਕੇ ਟੈਂਡ ਕਰ ਲੈਂਦੇ ਆ। ਉਹ ਲੋਕ ਔਖਾ ਕੰਮ ਆ, ਮੂੰਹ ਤੇ ਚਿੱਕਲੀ ਬੰਨ ਲੈਂਦੇ ਆ, ਨਹਾਉਂਦੇ ਹੀ ਨਹੀਂ ਹੈਗੇ ਆ, ਔਰ ਦੂਸਰਿਆਂ ਕੋਲੋਂ ਝੂਠ ਮੰਗ ਕੇ ਖਾਂਦੇ ਆ। ਕਹਿੰਦੇ ਮੈਂ ਇਹ ਵੀ ਕਰ ਇਹ ਵੀ ਕਰਨ ਨੂੰ ਤਿਆਰ ਆ। ਤੂੰ ਦੱਸ ਤਾਂ ਸਹੀ ਨਾ, ਤੂੰ ਮਿਲਦਾ ਕਿਵੇਂ ਹੈਗਾ ਆ। ਹੋਏ ਕੁਚੀਲ ਰਹਾ ਮਲ ਧਾਰੀ, ਮੈਂ ਤਾਂ ਮੈਲਾ ਹੀ ਰਹਿਣ ਨੂੰ ਤਿਆਰ ਆ ਮਾਲਕਾ। ਦੁਰਮਤ ਮਤ ਵਿਕਾਰ, ਕਹਿੰਦੇ ਇਹਦੇ ਨਾਲ ਵੀ ਦੁਰਮਤ ਆ, ਵਿਕਾਰ ਤਾਂ ਜਾਂਦੇ ਹੀ ਨਹੀਂ ਹੈਗੇ। ਆਹ ਜਿਹੜੀ ਹੈਗੀ ਆ ਭੈੜੇ ਮੈਲ ਮੂਲ ਜਿਹੜਾ ਨਾ ਨਹਾਉਣ ਦੇ ਨਾਲ ਤਾਂ ਵੀ ਨਹੀਂ ਤੂੰ ਲੱਭਦਾ। ਅੰਦਰੋਂ ਤਾਂ ਕੋਈ ਮੇਰੇ ਅੰਦਰ ਤਾਂ ਕੋਈ ਕੁਛ ਜਿਹੜਾ ਹੈਗਾ ਇਹ ਮਨ ਦੀ ਮੈਲ ਤਾਂ ਮੇਰੀ ਉਤਰਦੀ ਨਹੀਂ ਹੈ। ਹੁਣ ਆਖਰੀ ਲਾਈਨ ਆ ਗਈ ਭਾਈ, ਨਾ ਹਉ ਨਾ ਮੈਂ ਨਾ ਹਉ ਹੋਵਾਂ ਨਾਨਕ ਸ਼ਬਦ ਵਿਚਾਰ। ਇਹਦੇ ਵਿੱਚ ਸਾਰਾ ਦਾ ਸਾਰਾ ਨੁਕਤਾ ਦੇ ਗਏ ਮਹਾਰਾਜ। ਕਹਿੰਦੇ ਦੇਖ ਪਿਆਰਿਆ, ਨਾ ਤਾਂ ਤੇਰਾ ਸਰੀਰ ਤੇਰਾ ਹੈਗਾ, ਨਾ ਤੇਰੇ ਅੰਦਰ ਜਿਹੜਾ ਹੈਗਾ ਸੁਰਤ ਮਤ ਮਨ ਬੁੱਧ ਤੇਰਾ ਕੁਛ ਵੀ ਇਹਦੇ ਵਿੱਚੋਂ ਤੇਰਾ ਨਹੀਂ। ਨਾ ਹਵਾ ਪਾਣੀ ਜੋ ਕੁਛ ਜਿੱਥੇ ਜੋ ਕੁਛ ਤੂੰ ਖਾ ਰਿਹਾ ਪੀ ਰਿਹਾ ਇਹਦੇ ਵਿੱਚੋਂ ਤੇਰਾ ਕੁਛ ਵੀ ਨਹੀਂ ਹੈ। ਤੇ ਤੂੰ ਕਾਹਦਾ ਕਹਿ ਰਿਹਾ ਹੈ ਕਿ ਮੈਂ ਹਾਂ? ਤੂੰ ਕਿਹਦਾ ਕਹਿ ਰਿਹਾ? ਤੂੰ ਕੌਣ ਹੁੰਦਾ ਹੈ ਜਿਹੜਾ ਕਿ ਤੂੰ ਕਹਿੰਦਾ ਹੈ ਕਿ ਮੈਂ ਤਾਂ ਜੀ ਸਾਨੂੰ ਤਾਂ ਫੁਰਸਤ ਹੀ ਨਹੀਂ ਹੈ, ਮੈਂ ਤਾਂ ਭਗਤੀ ਕਰਨੀ ਨਹੀਂ ਹੈ, ਸਾਡੇ ਕੋਲ ਤਾਂ ਆਹੀ ਟਾਈਮ ਨਹੀਂ, ਤੇਰਾ ਤਾਂ ਇੰਟਰਸਟ ਹੀ ਨਹੀਂ ਹੈ ਭਗਤੀ ਕਰਨ ਨੂੰ, ਉਹ ਮਾਲਕ ਪਰਮਾਤਮਾ ਨੂੰ ਜਾਣਨ ਦੇ ਵਿੱਚ। ਤੂੰ ਕਾਹਦਾ ਹਾਂ ਹੈਗਾ ਤੇ ਤੇਰੀ ਕਾਹਦੀ ਮੈਂ ਹੈਗੀ ਆ? ਦੱਸ ਦੇ ਤੂੰ ਮੈਂ ਕੌਣ ਆ? ਤੂੰ ਤੇਰਾ ਕੀ ਹੈਗਾ? ਤੇਰੀ ਮੈਂ ਕਾਹਦੇ ਤੇ ਖੜੀ ਆ? ਤੇਰੀ ਹਾਂ ਕਾਹਦੀ ਆ? ਤੇਰਾ ਕਿਹੜੀ ਚੀਜ਼ ਤੇਰੀ ਹੈਗੀ? ਦੱਸ। ਨਾ ਹੋ ਨਾ ਮੈਂ ਨਾ ਹੋਵਾਂ, ਬਸ ਇਹ ਆ ਹਾਂ ਤੇ ਮੈਂ। ਕਹਿੰਦੇ ਜਦ ਤੂੰ ਆਹ ਚੀਜ਼ ਨਹੀਂ ਹੋਏਗੀ, ਤੂੰ ਕੁਛ ਨਹੀਂ ਹੈਗਾ। ਤੇ ਨਾਨਕ ਸ਼ਬਦ ਵਿਚਾਰ, ਸ਼ਬਦ ਜਿਹੜਾ ਗਿਆਨ ਤੈਨੂੰ ਦਿੱਤਾ ਆ ਇਹਨੂੰ ਵਿਚਾਰ ਲਾ, ਇਹ ਗਿਆਨ ਕੀ ਕਹਿੰਦਾ ਹੈ। ਔਰ ਆਪਣੀ ਪਕੜ ਛੱਡ। ਤੂੰ ਕੁਛ ਨਹੀਂ ਹੈਗਾ, ਨਾ ਤੇਰਾ ਸਰੀਰ ਹੈਗਾ ਔਰ ਨਾ ਹੀ ਤੇਰਾ ਜਿਹੜਾ ਹੈਗਾ ਕੋਈ ਵੀ ਚੀਜ਼ ਜਿਹੜੀ ਜਿੱਥੇ ਤੂੰ ਬੈਠਾ ਹੈ, ਜਿੱਥੇ ਤੂੰ ਯੂਜ਼ ਕਰ ਰਿਹਾ ਹੈ, ਇਹਦੇ ਵਿੱਚੋਂ ਕੋਈ ਚੀਜ਼ ਤੇਰੀ ਨਹੀਂ ਹੈਗੀ। ਤੂੰ ਕਾਹਦਾ ਹਉਮੈ ਹੈਗਾ? ਕਾਹਦਾ ਤੇਰੀ ਮੈਂ ਹੈਗੀ? ਦੱਸ। ਜਦ ਤੂੰ ਇਸ ਦੇ ਉੱਤੇ ਨਹੀਂ ਵਰਕਆਊਟ ਕਰਦਾ ਤੇ ਗੱਲ ਬਣਨ ਵਾਲੀ ਨਹੀਂ ਹੈ ਮਿੱਤਰਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਇਹ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਹੈ। ਹਾਂਜੀ ਬਿਲਕੁਲ। ਹਾਂ ਦੇਖੋ ਸਾਧ ਸੰਗਤ ਜੀ, ਪ੍ਰੋਬਲਮ ਪਤਾ ਕੀ ਹੈ ਕਿ ਪਰਮਾਤਮਾ ਦਿਖਾਈ ਨਹੀਂ ਦਿੰਦਾ। ਪਰਮਾਤਮਾ ਇੰਦਰੀਆਂ ਦਾ ਵਿਸ਼ਾ ਨਹੀਂ ਹੈ, ਇਸ ਕਰਕੇ ਮਨੁੱਖ ਦਾ ਨਾ ਵਿਸ਼ਵਾਸ ਨਹੀਂ ਵੱਜਦਾ। ਬਾਣੀ ਚ ਕਹਿੰਦੇ ਰਾਮ ਰਾਮ ਕਰਤਾ ਸਭ ਜਗ ਫਿਰੇ ਤੇ ਰਾਮ ਨਾ ਪਾਇਆ ਜਗ। ਕਿਉਂਕਿ ਕਰਮ ਕਾਂਡ ਕਰਨਾ ਬਹੁਤ ਆਸਾਨ, ਨਿਰਗੁਣ ਬ੍ਰਹਮ ਦੀ ਕੋਈ ਭਗਤੀ ਨਹੀਂ ਕਰਦਾ। ਤੁਸੀਂ ਆਪਣੀ ਅਰਦਾਸ ਵੇਖ ਲਓ, ਆਪਣੀ ਅਰਦਾਸ ਦੇ ਵਿੱਚ ਵੀ ਗੁਰੂਆਂ ਦਾ ਨਾਮ ਲੈਂਦੇ ਨੇ, ਪਰਮਾਤਮਾ ਦੇ ਬਾਰੇ ਕਿਤੇ ਅਰਦਾਸ ਨਹੀਂ ਹੁੰਦੀ। ਕਿਸੇ ਜਗ੍ਹਾ ਤੇ ਕਿਸੇ ਧਾਰਮਿਕ ਸਥਾਨ ਤੇ ਤੁਸੀਂ ਵੇਖੋਗੇ ਨਾ, ਉਹ ਜੋ ਪਾਤਸ਼ਾਹ ਜਿਨ੍ਹਾਂ ਨੇ ਉਹ ਗੁਰਦੁਆਰੇ ਦੀ ਮਤਲਬ ਕੰਸਟਰਕਸ਼ਨ ਕੀਤੀ ਆ, ਜੋ ਵੀ ਹੈ, ਉਹਨਾਂ ਦਾ ਨਾਂ ਲੈਂਦੇ, ਕਿਤੇ ਪਰਮਾਤਮਾ ਦਾ ਨਾਂ ਨਹੀਂ ਲੈਂਦੇ। ਬਹੁਤ ਮੁਸ਼ਕਲ ਹੈ ਪਰਮਾਤਮਾ ਦਾ ਨਾਂ ਲੈਣਾ। ਇਸੇ ਲਈ ਬਾਣੀ ਕਹਿੰਦੀ ਆਖਣਾ ਔਖਾ ਸੱਚਾ ਨਾਮ, ਕਿਉਂਕਿ ਉਹ ਰੂਪ ਨਹੀਂ ਹੈਗਾ। ਜਦੋਂ ਅਟਕ ਕੋਈ ਨਹੀਂ ਮੈਂ ਨਾ ਠੀਕ ਕਰ ਰਿਹਾ ਸੀ, ਥੋੜਾ ਵਾਲੀਅਮ ਵਧਾ ਰਿਹਾ ਸੀ ਤਾਂ ਦੂਜੇ ਰਿਕਾਰਡਿੰਗ ਦੇ ਵਿੱਚ ਵਾਲੀਅਮ ਘੱਟ। ਹਾਂਜੀ ਠੀਕ ਹੈ, ਹੁਣ ਠੀਕ ਹੈ। ਹਾਂਜੀ ਬਿਲਕੁਲ ਠੀਕ ਹੈ। ਇਹ ਸਾਧ ਸੰਗਤ ਜੀ ਪਤਾ ਕੀ ਆ, ਦੇਖੋ ਇੱਕ ਬਹੁਤ ਵੱਡੀ ਇੱਥੇ ਸਾਰੀ ਗੇਮ ਹੈ।
ਜਿਹੜੀ ਬਾਣੀ ਤੁਸੀਂ ਪੜ੍ਹ ਰਹੇ ਹੋ ਨਾ, ਦੇਖੋ ਗੁਰੂ ਗ੍ਰੰਥ ਸਾਹਿਬ ਬਾਣੀਆਂ ਇਹ ਤੁਹਾਨੂੰ ਕਿਤੇ ਮੰਦਿਰ ਜਾਂ ਗੁਰਦੁਆਰੇ ਜਾਂ ਕਿਸੇ ਦੀ ਪੂਜਾ ਕਰਨ ਵਾਸਤੇ ਕਿਤੇ ਵੀ ਨਹੀਂ ਕਹਿ ਰਹੀ, ਨਾ ਤੁਹਾਨੂੰ ਇਸ਼ਨਾਨ ਕਰਨ ਵਾਸਤੇ ਕਹਿ ਰਹੀ ਹੈ, ਨਾ ਤੁਹਾਨੂੰ ਭੇਸ ਬਦਲਣ ਵਾਸਤੇ ਕਹਿ ਰਹੀ ਹੈ। ਬਾਣੀ, ਇਹ ਬਾਣੀ ਜਿਹੜੀ ਹੈ ਬ੍ਰਹਮ ਵਿਚਾਰ ਹੈ। ਇਹ ਇਹਨਾਂ ਨੂੰ ਕੋਈ ਇੰਟਰਸਟ ਨਹੀਂ ਹੈ ਕਿ ਤੁਸੀਂ ਇੱਕ ਖਾਸ ਕਿਸਮ ਦੀ ਯੂਨੀਫਾਰਮ ਪਾ ਲਓ। ਆਪ ਪਲੀਜ਼ ਅੰਡਰਸਟੈਂਡ ਕਰੋ, ਬਾਣੀ ਕੇਵਲ ਗਿਆਨ ਦੀ ਗੱਲ ਆ। ਉਹ ਇਹ ਜਿਹੜਾ ਸਿੱਖ ਧਰਮ ਆ, ਇਹ ਕਿਸੇ ਸਿੱਖ ਵਾਸਤੇ ਤੇ ਗੱਲ ਹੀ ਨਹੀਂ ਹੋਈ, ਕੇਵਲ ਸੰਤਾਂ ਦੇ ਵਾਸਤੇ ਗੱਲ ਹੋਈ ਹੈ। ਸੰਤ ਜਿਹੜੇ ਰੱਬ ਨੂੰ ਲੱਭਦੇ ਫਿਰਦੇ ਆ, ਜਿਹੜੇ ਕਹਿੰਦੇ ਕਿ ਮੈਨੂੰ ਪਿਆਸ ਲੱਗੀ ਹੈ। ਨਿੱਜਰ ਸਾਹਿਬ ਇਹ ਵੀ ਸੱਚ ਹੈ ਨਾ? ਬਿਲਕੁਲ ਗੋਰਖੀ ਸਾਹਿਬ, ਇਹ ਬਾਣੀ ਜਿਹੜੀ ਜਦ ਗੁਰੂ ਨਾਨਕ ਦੇਵ ਜੀ ਆਏ ਆ, ਉਸ ਤੋਂ ਪਹਿਲਾਂ ਤਾਂ ਸਿੱਖ ਧਰਮ ਸੀਗਾ ਹੀ ਨਹੀਂ। ਹਾਂ, ਇਹ ਬਾਣੀ ਕਿਸੇ ਮਜ਼ਹਬ ਵਾਸਤੇ ਨਹੀਂ ਸੀ, ਇਹ ਸਰਬ ਵਿਆਪਕ ਸੀ। ਬਿਲਕੁਲ ਸਾਰਿਆਂ ਨੂੰ, ਇਹ ਇੱਥੇ ਹਿੰਦੂ ਮੁਸਲਿਮ ਦੇ ਵਾਸਤੇ ਨਹੀਂ ਸੀ। ਉਹ ਕਹਿੰਦੇ ਇੱਕ ਏਦਾਂ ਦੀ ਪੋਥੀ ਤਿਆਰ ਕਰ ਦੋ, ਗ੍ਰੰਥ ਤਿਆਰ ਕਰ ਦੋ, ਉਹਨੂੰ ਕੋਈ ਵੀ ਪੜ੍ਹੇ ਔਰ ਉਹ ਸਾਰੇ ਬ੍ਰਹਮ ਗਿਆਨੀ ਦੀ ਬਾਣੀ ਪਾ ਦੋ। ਮਤਲਬ ਕਿ ਇਹਨੂੰ ਜਿੰਨੀ ਸਮਝ ਆਉਂਦੀ ਆ ਉਹ ਉਹਨਾਂ ਨੂੰ ਇਕੱਠਾ ਕੀਤਾ ਸੀ। ਫਿਰ ਆਪਾਂ ਕੀ ਕਰਤਾ, ਆਪਾਂ ਫਿਰ ਵੱਖ ਹੋ ਗਏ। ਇਹ ਬਹੁਤ, ਆਪਾਂ ਲੰਗਰ ਤੇ ਪੰਗਤ ਦਾ ਮਤਲਬ ਸੀ ਇਕੱਠੇ, ਸਭ ਇਕੱਠੇ ਕਰੋ, ਕਿਉਂਕਿ ਲੋਕੀ ਬਿਮਾਰ ਸਨ, ਮਾਨਸਿਕ ਬਿਮਾਰ, ਪਰ ਹੁਣ ਅਸੀਂ ਵੀ ਬਿਮਾਰ ਹੋ ਗਏ ਹਾਂ। ਬਿਲਕੁਲ ਸਹੀ ਗੱਲ ਹੈ, ਸਾਨੂੰ ਬਿਮਾਰੀ ਜ਼ਿਆਦਾ ਚਿੰਬੜ ਗਈ ਹੈ। ਇਹ ਤੇ ਪੰਡਤਾਂ ਨੂੰ ਤੇ ਸ਼ੁਕਰ ਕਰੋ, ਉੱਥੇ ਤੇ ਫਿਰ ਵੀ ਵਿਚਾਰਾ ਪੋਚਾ ਪਾਚਾ ਮਾਰਦਾ ਸੀ, ਆਪਣੇ ਚੌਂਕਤਰੇ ਨੂੰ ਮਾਰਦੇ ਸੀ, ਚੌਂਕੇ ਨੂੰ ਮਾਰਦੇ ਸੀ, ਪਰ ਸਾਡਾ ਦਿਮਾਗ ਵੱਡਾ ਹੀ ਖਰਾਬ ਹੋ ਗਿਆ ਵਾ। ਅਸੀਂ ਕਿਤੇ ਹੋਰ ਤੁਰ ਪਏ ਹਾਂ। ਕਿਉਂ? ਬਾਣੀ ਕਹਿੰਦੀ ਵਿਚਾਰ ਕਰ। ਬਾਣੀ ਆਪ ਦੇਖੋ ਕਿੰਨੀ ਵਾਰੀ ਬਾਣੀ ਪੜ੍ਹੀ ਹੈ। ਇਹ ਤੁਕਾਂ ਕਿਤੇ ਪੜ੍ਹੀਆਂ, ਕਿਸੇ ਨੇ ਕਿੰਨੇ ਪੜ੍ਹੀਆਂ? ਕੋਈ ਨਹੀਂ ਪੜ੍ਹਦਾ, ਗੱਡੀ ਭਜਾ ਕੇ ਕਾਂ ਲੰਘ ਜਾਂਦੇ ਆ। ਇਹ ਬਾਣੀ ਦੇ ਸਾਥ ਵੇਖੋ 3-4 ਤੁਕਾਂ ਹੀ ਪੜ੍ਹੀਆਂ ਜਾ ਰਹੀਆਂ, ਉਹ ਹਿੱਲਣ ਨਹੀਂ ਦੇ ਰਹੀ, ਉੱਥੇ ਹੀ ਰੋਕ ਦਿੰਦੀ ਹੈ। ਤੇ ਫਿਰ ਉੱਥੇ ਦੇਖੋ ਕਾਸਟਿਊਮ ਦੇ ਬਾਰੇ ਕਿੱਦਾਂ ਸਮਝਾਉਂਦੇ ਨੇ, ਤੁਹਾਡੇ ਫਿਜ਼ੀਕਲੀ ਅਪੀਅਰੈਂਸ ਵੀ ਕਿੱਦਾਂ ਸਮਝਾ ਰਹੇ ਨੇ ਉਹ। ਤੇ ਉਹ ਚੀਜ਼ਾਂ ਦੇਖੋ ਸਾਰੀਆਂ। ਮੈਂ ਨਹੀਂ ਕਹਿੰਦਾ ਕਿ ਆਪਾਂ ਆਪਣਾ ਧਰਮ ਨੂੰ ਛੱਡ ਦੇਣਾ ਹੈ ਜਾਂ ਆਪਾਂ ਕੋਈ ਉਲਟਾ ਪੁਲਟਾ ਕੰਮ ਕਰਨਾ, ਪਰ ਬਾਣੀ ਜੋ ਕਹਿ ਰਹੀ ਹੈ, ਬਾਣੀ ਸੱਚ ਕਹਿ ਰਹੀ ਹੈ। ਔਰ ਇਹ ਚੀਜ਼ਾਂ ਬੜੀਆਂ ਇੰਪੋਰਟੈਂਟ ਨੇ। ਦੇਖੋ ਪਤਾ ਕੀ ਹੁੰਦਾ, ਇੱਕ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਸੰਸਾਰ ਚਾਹੁੰਦਾ ਹੈ ਕਿ ਤੁਸੀਂ ਆਊਟਫੁੱਟ ਚੇਂਜ ਕਰ ਲਓ। ਜਿਹੜੀ ਤੁਹਾਡੀ ਆਊਟਫਿਟ ਹੈ ਨਾ, ਤੁਹਾਡੀ ਜਿੱਦਾਂ ਸਕੂਲਾਂ ਦੀਆਂ ਯੂਨੀਫਾਰਮਾਂ ਨਹੀਂ ਹੁੰਦੀਆਂ, ਵੇਖੋ ਖਾਸ ਕਰਕੇ ਹਰ ਇੱਕ ਸਕੂਲ ਦੀ ਇੱਕ ਆਪਣੀ ਯੂਨੀਫਾਰਮ ਹੈ। ਉਹ ਚਾਹੁੰਦਾ ਕਿ ਮੇਰੇ ਬੱਚੇ ਦੀ ਜਿਹੜੀ ਯੂਨੀਫਾਰਮ ਏਦਾਂ ਦੀ ਹੋਵੇ, ਦੂਜਿਆਂ ਨਾਲ ਮਿਕਸ ਨਾ ਹੋਵੇ, ਵੱਖਰਾ ਬਣਾ ਕੇ ਖੁਸ਼ ਆ। ਹੁਣ ਵੇਖੋ ਇੱਥੇ ਮੈਂ ਆਪਣੇ ਸਹੁਰੇ ਜਾਂਦਾ ਤੇ ਉੱਥੇ ਇੱਕ ਗੁਰਦੁਆਰਾ ਵਾ, ਸੱਚੇ ਪਾਤਸ਼ਾਹ ਕਹਿੰਦੇ, ਪਤਾ ਨਹੀਂ ਕੀ ਕਹਿੰਦੇ ਉਹਨਾਂ ਨੂੰ, ਨਿੱਜਰ ਸਾਹਿਬ ਉਹ ਚਿੱਟੇ ਕੱਪੜੇ ਪਾਉਂਦੇ ਨੇ, ਜਨਾਨੀਆਂ ਬੰਦੇ ਜਾਂਦੇ ਵੀ ਹੈ ਨਾ, ਸਪੈਸ਼ਲ ਚਿੱਟਾ ਰੰਗ ਦਾ ਕੱਪੜਾ, ਪੱਗ ਉਹਨਾਂ ਵੀ ਚਿੱਟੀ, ਉਹਨਾਂ ਚੁੰਨੀ ਵੀ ਚਿੱਟੀ ਲੈਣੀ, ਸਾਰੇ ਕੱਪੜੇ ਚਿੱਟੇ। ਸੋ ਇਹ ਸਭ ਕਾਈਂਡ ਆਫ ਉਹੀ ਚੀਜ਼ ਬਣ ਜਾਂਦੀ ਹੈ, ਯੂਨੀਫਾਰਮ। ਹੁਣ ਨਾਮਧਾਰੀ ਵੇਖ ਲਓ, ਉਹ ਵੀ ਇੱਕ ਉਹਨਾਂ ਦਾ ਇੱਕ ਵੱਖਰਾ ਹੀ ਕਲਰ ਕੋਡ ਆ। ਨਿਰੰਕਾਰੀ ਵੇਖੋ, ਉਹਨਾਂ ਦਾ ਅਲੱਗ ਕਲਰ ਕੋਡ ਆ। ਨੀਲਧਾਰੀਆਂ ਦਾ ਇੱਕ ਆਪਣਾ ਵੱਖ ਕੋਡ ਆ। ਜਿਹੜੇ ਆਪਣੇ ਸਿੱਖ ਨੇ, ਇਹਨਾਂ ਦਾ ਕਲਰ ਕੋਡ ਇੱਕ ਵੱਖਰਾ ਹੈ। ਮੁਸਲਿਮ ਦਾ ਵੱਖਰਾ ਹੈ, ਹਿੰਦੂਆਂ ਦਾ ਵੱਖਰਾ ਹੈ, ਈਸਾਈਆਂ ਦਾ ਵੀ ਵੱਖਰਾ ਹੈ। ਮਤਲਬ ਆਲਮੋਸਟ ਹੁਣ ਜਿਹੜੇ ਬੁੱਧਿਸਟ ਲੋਕ ਨੇ, ਉਹਨਾਂ ਦਾ ਆਪਣਾ ਕਲਰ ਕੋਡ ਹੈ। ਇਹਨਾਂ ਨੇ ਆਪਣੀ ਇੱਕ ਡਰੈਸ ਕੋਡ ਬਣਾ ਕੇ ਬੈਠੇ। ਇਹ ਬਾਣੀ ਕਹਿੰਦੀ ਆ ਕਿ ਡਰੈਸ ਕੋਡ ਇਜ਼ ਨਾਟ ਵੈਰੀ ਇੰਪੋਰਟੈਂਟ। ਬਿਲਕੁਲ। ਹੁਣ ਇੰਪੋਰਟੈਂਟ ਕਿੱਦਾਂ ਨਹੀਂ ਹੈ, ਤੁਸੀਂ ਮੈਨੂੰ ਇਹ ਸਮਝਾਓ। ਹੁਣ ਦੇਖੋ ਬਾਣੀ ਕੀ ਕਹਿੰਦੀ ਆ ਕਿ ਬਾਣੀ ਸਾਨੂੰ ਅੰਦਰੋਂ ਚੰਗਾ ਕਰਨਾ ਚਾਹੁੰਦੀ ਆ। ਮੈਂ ਮਤਲਬ ਇਹ ਦੇਖਦਾ ਕਿ ਜਿੱਦਾਂ ਮਾਂ ਬਾਪ ਪਤਾ ਕੀ ਕਰਦੇ ਆ, ਉਹ ਬੱਚੇ ਨੂੰ ਵਧੀਆ ਸਕੂਲ ਚ ਪੜ੍ਹਾ ਦਿੰਦੇ। ਹੁਣ ਮੈਂ ਵੀ ਤਾਂ ਚੰਗੇ ਸਕੂਲੇ ਪਾਏ ਆ, ਕੋਸ਼ਿਸ਼ ਤੇ ਚਾਹੇ ਉੱਥੇ ਚੰਗੀ ਕੁਛ ਜਾਣਕਾਰੀ ਮਿਲ ਜੇ, ਉੱਥੇ ਘੱਟ ਸਟੂਡੈਂਟ, ਹਰ ਕੋਈ ਸੋਚਦਾ। ਲੋਕ ਕੀ ਕਹਿੰਦੇ ਆ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਬਾਹਰੋਂ ਉਹਨਾਂ ਨੂੰ ਚੰਗੇ ਕੱਪੜੇ ਪਾਓ, ਉਹਨਾਂ ਨੂੰ ਚੰਗੇ ਬੂਟ, ਚੰਗੇ ਰੈਸਟੋਰੈਂਟ, ਚੰਗੇ ਹੋਟਲਾਂ 'ਚ ਰੋਟੀ ਰੋਟੀ ਖਵਾਓ, ਉਹਨਾਂ ਨੂੰ ਲੈ ਕੇ ਜਾਓ। ਉਹਨਾਂ ਦਾ ਮਤਲਬ ਬਾਹਰੋਂ ਜਿਹੜਾ ਨਾ ਲੁੱਕ ਜਿਹੜੀ ਆ ਨਾ, ਉਹ ਕਿਸੇ ਨੂੰ ਕਈ ਵੇਲੇ ਮੋਬਾਈਲ ਲੈ ਕੇ ਦੇ ਦਿੰਦੇ ਮਹਿੰਗੇ, ਪਰ ਉਹ ਏਦਾਂ ਲੋਕੀ ਕਰਦੇ ਆ। ਪਰ ਬਾਣੀ ਕਹਿੰਦੀ ਆ ਕਿ ਬਾਹਰ ਦੀ ਤੇਰੀ ਅਮੀਰੀ ਹੈ ਨਾ, ਇਹ ਨਕਲੀ ਆ। ਤੈਨੂੰ ਅੰਦਰੋਂ ਕੁਛ ਕਰਨਾ ਪੈਣਾ। ਹੁਣ ਮਾਂ-ਬਾਪ ਬੱਚੇ ਨੂੰ, ਜਦੋਂ ਛੋਟਾ ਬੱਚਾ ਹੁੰਦਾ, ਉਹਨੂੰ ਕੋਈ ਸੰਸਕਾਰ ਹੀ ਨਹੀਂ ਦਿੰਦਾ ਕਿ ਪੁੱਤ ਤੇਰੀ ਜ਼ਿੰਦਗੀ ਦਾ ਮਕਸਦ ਕੀ ਹੈ, ਤੂੰ ਇੱਕ ਚੰਗਾ ਇਨਸਾਨ ਬਣਨਾ ਹੈ। ਤੋ ਗੋਡ ਨੇ ਤੈਨੂੰ ਇੱਕ ਲਾਈਫ ਗਿਫਟ ਕੀਤੀ ਆ, ਜਿੱਥੇ ਤੂੰ ਆਪਣੇ ਬੱਚਿਆਂ ਨੂੰ, ਉਹਨਾਂ ਨੂੰ ਸਾਂਭਣਾ ਹੈ, ਪਰਵਰਿਸ਼ ਕਰਨੀ ਹੈ, ਘਰ ਨੂੰ ਸਾਂਭਣਾ ਹੈ। ਉੱਥੇ ਤੇਰੀ ਜ਼ਿੰਦਗੀ ਦਾ ਇਹ ਵੀ ਮਕਸਦ ਹੋਣਾ ਚਾਹੀਦਾ ਹੈ ਕਿ ਤੂੰ ਸੰਸਾਰ ਨੂੰ ਕੁਛ ਦੇ ਕੇ ਜਾਣਾ ਵਾ, ਖੋਣਾ ਨਹੀਂ ਇਹ ਤੋਂ।
ਪਰ ਲੋਕੀ ਖੋਹ ਲੈਂਦੇ ਆ। ਕਹਿੰਦੇ ਖੋਣਾ ਜਿਹੜਾ ਹੈ ਮਾੜਾ ਗੁਣ ਹੈ। ਇਸੇ ਕਰਕੇ ਕਹਿੰਦੇ ਲੰਗਰ ਦਾ ਮਤਲਬ ਆਪਣੇ ਕੋਲੋਂ ਦੇਣਾ। ਬਾਣੀ ਵੇਖੋ ਤੁਕ 'ਚ ਬੜਾ ਕਲੀਅਰਲੀ ਸਮਝਾਇਆ, ਘਾਲ ਕਰੇ ਕੁਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਬੜੀ ਕਲੀਅਰ ਗੱਲ ਕੀਤੀ ਹੈ। ਕੋਈ ਮੂਰਖ ਹੋਵੇ ਤੇ ਵੱਖਰੀ ਗੱਲ ਨਾ ਸਮਝੇ। ਬਹੁਤ ਕਲੀਅਰਲੀ ਉਹਨਾਂ ਨੇ ਸਮਝਾਇਆ ਕਿ ਉਹਨਾਂ ਨੂੰ ਪਤਾ ਹੈ ਕਿ ਇਨਸਾਨ ਕਿੱਦਾਂ ਦਾ ਹੈ ਔਰ ਇਹਨੇ ਕੀ ਕਰਨਾ ਹੈ। ਬਾਣੀ ਨੇ ਇਸ ਕਰਕੇ ਉਸ ਚੀਜ਼ ਨੂੰ ਕਲੀਅਰ ਕਰ ਦਿੱਤਾ ਹੈ ਕਿ ਘਾਲ ਕਰਨੀ ਹੈ, ਮਿਹਨਤ ਕਰਨੀ ਹੈ, ਮਿਹਨਤ ਕਰਕੇ ਵੀ ਤੂੰ ਦੇਖਣਾ ਹੈ ਜਿੱਥੇ ਲੋੜਵੰਦ ਹੈਗੇ ਉੱਥੇ ਤੂੰ ਹੈਲਪ ਕਰਨੀ। ਇਹੋ ਹੀ ਜੀਵਨ ਆ, ਖੋਣਾ ਨਹੀਂ ਆ। ਸੋ ਇਹ ਚੀਜ਼ਾਂ ਹੈਗੀਆਂ ਨੇ। ਦੇਖੋ ਹੁਣ ਆਪਣੇ ਅਗਲੇ ਬੰਨੇ ਦੇਖੋ ਤੁਕ ਵੇਲੇ ਨੇ ਸਾਹਿਬ, ਆਪ ਮੇਰੀ ਤੁਕ ਬੋਲੋ ਪਲੀਜ਼। सोने कै पर्वत गुफा करी कै पानी प्याल। कै मतलब या कहते ਜਾਂ ਤਾਂ ਸੋਨੇ ਦੇ ਪਰਬਤ ਦੇ ਉੱਤੇ ਜਾ ਕੇ ਮੈਂ ਜਿਹੜਾ ਗੁਫਾ ਬਣਾ ਕੇ ਉਹਦੇ ਵਿੱਚ ਰਹਿ ਲਾਂ, ਜਾਂ ਮੈਂ ਕਿਤੇ ਜਿਹੜਾ ਹੈਗਾ ਗੋਰਖੀ ਸਾਹਿਬ ਜਿਵੇਂ ਸਮੁੰਦਰ 'ਚ ਜਾਂਦੇ ਆ ਕਿਤੇ 4 ਕਿਲੋਮੀਟਰ ਜਾ ਕੇ ਪਣਡੁੱਬੀ ਦੇ ਵਿੱਚ ਰਹਿ ਲਾਂ, ਕਿਤੇ ਜਾ ਕੇ ਪਤਾਲ ਦੇ ਵਿੱਚ ਸਮੁੰਦਰ ਦੀ ਤਹਿ ਦੇ ਉੱਤੇ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿੰਦੇ ਨੇ ਕਿ ਮਤਲਬ ਕਿ ਤੂੰ ਚਾਹੇ ਸੋਨੇ ਦਾ ਕੋਈ ਪਰਬਤ ਦੇ ਵਿੱਚ ਗੁਫਾ ਬਣਾ ਲੈ ਜਾਂ ਤੂੰ ਪਾਣੀ 'ਚ ਵੜ ਜਾ। ਕਈ ਲੋਕ ਵੇਖੋ ਆਪਣੇ ਉਹ ਗੋਇੰਦਵਾਲ ਸਾਹਿਬ 'ਚ ਇਹੋ ਕੁਝ ਕਰਨ ਦੇ ਲੋਕ ਇਹੀ ਕਰਦੇ ਆ ਗੋਰਖੀ ਸਾਹਿਬ। ਕਈ ਜਿਹੜੇ ਹਿੰਦੂ ਵੀ ਦੇਖ ਲਓ ਪਾਣੀ 'ਚ ਖੜੇ ਹੋ ਕੇ ਇੱਕ ਲੱਤ ਦੇ ਨਾਲ ਭਗਤੀ ਕਰਦੇ ਆ, ਇੰਨੀ ਦੇਰ ਤੱਕ ਖੜੇ ਹੋ ਕੇ ਪਾਣੀ ਦੇ ਵਿੱਚ ਵੜ ਕੇ ਭਗਤੀ ਕਰਦੇ ਆ। ਐਸੇ ਵੀ ਹੈਗੇ। ਹਾਂ, ਔਰ ਕੀ ਕਰਦੇ ਨੇ ਉਹ ਵਿਚਾਰੇ, ਕਿਉਂਕਿ ਉਹਨਾਂ ਨੂੰ ਦੱਸਤਾ ਕਿ ਬਈ ਇਹ ਤੁਸੀਂ ਏਦਾਂ ਕਰਨਾ ਵਾ, ਤੇ ਉਹ ਵਿਚਾਰਾ ਉਸੇ 'ਚ ਹੀ ਲੱਗਾ ਹੋਇਆ। ਹੁਣ ਪਤਾ ਕੀ ਹੈ, ਦੇਖੋ ਜਿਹੜਾ ਬਾਹਰੀ ਜਿਹੜਾ ਆਪਾਂ ਕਰਦੇ ਹਾਂ ਨਾ, ਜੋ ਵੀ ਕਰਦੇ ਹਾਂ, ਉਹ ਚੀਜ਼ ਜਿਹੜੀ ਇੱਕ ਅਲੱਗ ਚੀਜ਼ ਹੈ। ਉਹਦੇ ਨਾਲ ਤੁਹਾਡਾ ਅੰਤਰਾਕਰਨ ਸ਼ੁੱਧੂ ਨਹੀਂ ਹੋਊਗਾ। ਬਾਣੀ ਕਹਿੰਦੀ ਹੈ ਕਿ ਉੱਥੇ ਪੱਥਰ ਹੈਗੇ, ਕੀ ਹੈਗਾ ਉੱਥੇ? ਪਾਣੀ ਹੈਗਾ। ਪਾਣੀ ਤੇਰੇ ਘਰੇ ਪਿਆ ਵਾ, ਜਿੱਥੇ ਤੂੰ ਬੈਠਾ ਪੱਥਰ ਤੇ ਇੱਥੇ ਵੀ ਹੈਗਾ। ਉਹ ਕੀ ਵੱਖਰਾ ਪੱਥਰ ਥੋੜੀ ਹੈਗਾ। ਗੋਰਖੀ ਸਾਹਿਬ ਪਾਣੀ ਤਾਂ ਅੰਦਰ ਮਨ ਤੱਕ ਤਾਂ ਪਹੁੰਚਿਆ ਹੀ ਨਹੀਂ। ਮਨ ਜਿਹੜਾ ਪਤੰਦਰ ਜਿਹੜਾ ਹੈਗਾ, ਜਿਹਦਾ ਕੋਈ ਪੰਜਾਂ ਤੱਤਾਂ ਦਾ ਹੈ ਨਹੀਂ ਗਾ ਕੋਈ ਸਿਸਟਮ, ਉੱਥੇ ਤੱਕ ਤਾਂ ਮਨ ਪਹੁੰਚਿਆ ਹੀ ਨਹੀਂ। ਪਾਣੀ ਨਹੀਂ ਪਹੁੰਚਿਆ ਉੱਥੇ ਤੱਕ। ਨਿੱਜਰ ਸਾਹਿਬ ਅਸਲ 'ਚ ਤੇ ਸਾਰੀ ਨਾ ਗਲਤੀ ਕਿੱਥੇ ਹੋ ਰਹੀ ਆ? ਚਲੋ ਗਲਤੀ ਮੈਂ ਕਹਿ ਸਕਦਾ, ਕਮ ਸੇ ਕਮ ਹੋਣੀ ਸੁਧਰ ਜੀਏ। ਬਿਲਕੁਲ। ਇਹ ਜਿੰਨੀ ਵੀ ਭਗਤੀ ਹੈ ਮਨ ਦੀ ਭਗਤੀ ਆ, ਜਾਂ ਆਪਾਂ ਤਨ ਤੋਂ ਕਰਾਈ ਜਾਂਦੇ ਆ। ਹਾਂ ਹੁਣ ਕੰਮ ਆਪ ਸਮਝਦੇ ਮੇਰੀ ਗੱਲ। ਪੜਾਉਣਾ ਵਾ ਆਪਾਂ ਅੰਦਰਲੇ ਨੂੰ, ਜਿਹੜਾ ਆਪਣੇ ਅੰਦਰ ਆ ਮਨ। ਕਹਿੰਦੇ ਆ ਬਾਣੀ ਕਹਿੰਦੀ ਇਹ ਮਨ ਆਰ ਸੀ ਕੋਈ ਵਿਰਲਾ ਵੇਖੇ। ਆਪਾਂ ਤਾਂ ਜਿਹੜੇ ਜੀਵ ਨੂੰ ਪੜਾਈ ਜਾ ਰਹੇ ਆ, ਜੀਵ ਦੇ ਨਾਲ ਪਾਠ ਕਰੀ ਜਾ ਰਹੇ, ਦਗਰ 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 ਮਨ ਕਿਤੇ ਘੁੰਮੀ ਜਾ ਰਿਹਾ। ਉਹ ਪੂਰਾ ਬਾਹਰ ਹੀ ਗਿਆ ਹੋਇਆ, ਕਿਤੇ ਆਊਟ। ਤੇ ਨਿੱਜਰ ਸਾਹਿਬ ਤੋਂ ਉੱਤੋਂ ਵੱਡੇ ਮੇਰੇ ਕੇ ਸ਼ਦਾਈ ਹੋਰ ਇਕੱਠੇ ਹੋ ਗਏ। ਉਹ ਕਹਿੰਦੇ ਤੁਹਾਨੂੰ ਕਿੰਨੀਆਂ ਬਾਣੀਆਂ ਯਾਦ ਨੇ, ਤੇ ਜੇ ਯਾਦ ਤੇ ਨਾਮ ਲੈ ਜਾਓ ਮੇਰੇ ਤੋਂ ਬਸ। ਇਹ ਵੀ ਤੇ ਮਿਸਗਾਈਡੈਂਸ ਹੀ ਹੈ। ਬਿਲਕੁਲ, ਜਿਹੜੇ ਦੱਸਦੇ ਹੀ ਹੁਣ ਇੱਥੇ ਪਾਠੀ ਰੱਖਣਾ, ਉਹ ਤੁਸੀਂ ਪਾਠੀ ਨੂੰ ਕਹਿੰਦੇ ਜੀ ਇਹਨੂੰ ਕਿੰਨੀਆਂ ਬਾਣੀਆਂ ਆਉਂਦੀਆਂ। ਹੁਣ ਉਹ ਨਹੀਂ ਪਤਾ ਉਹ ਬੰਦਾ ਕੀ ਬੈਠਾ ਹੈ। ਉਹ ਦੇਖੋ ਉਹ ਤੇ ਬੰਦੇ ਦੀ ਸਮ੍ਰਿਤੀ ਹੈਗੀ ਹੈ। ਹਾਂ, ਬਿਲਕੁਲ ਸਹੀ ਗੱਲ ਹੈ ਗੋਰਖੀ ਸਾਹਿਬ, ਬਹੁਤ ਵਧੀਆ। ਹਾਂ, ਬਿਲਕੁਲ ਸਹੀ ਗੱਲ ਹੈ। ਹਾਂ, ਤੇ ਉਹ ਇਹ ਨਹੀਂ ਸਮਝਦੇ ਕਿ ਉਹ ਭੋਲਿਆ, ਉਹਦੀ ਕੇਵਲ ਮੈਮਰੀ ਹੈਗੀ ਹੈ ਬੰਦੇ ਕੋਲ। ਉਹਦਾ ਜੀਵਨ ਤਾਂ ਦੇਖੋ ਨਾ, ਉਹਦਾ ਜੀਵਨ ਦੇਖੋ, ਉਹਦਾ ਜੀਵਨ ਕਿੱਥੇ ਹੈਗਾ। ਉਹ ਬੰਦੇ ਦੇ ਅੰਦਰ ਸੰਸਕਾਰ ਕੀ ਹੈਗੇ ਆ, ਉਹਦਾ ਉੱਠਣਾ ਬੈਠਣਾ ਕੀ ਹੈਗਾ, ਉਹਦੀ ਸੋਚ ਕੀ ਹੈਗੀ, ਉਹਦੇ ਮਨ ਦੇ ਵਿੱਚ ਕੀ ਹੈਗਾ। ਹਾਂ, ਹੁਣ ਇੱਥੇ ਵੇਖੋ ਆਮ ਹੀ ਤੁਸੀਂ ਜਦੋਂ ਇੱਥੇ ਵੱਡੇ ਵੱਡੇ ਅਫਸਰ ਬਣਦੇ ਆ, ਉਹ ਕੋਈ ਕਹਿੰਦੇ ਜੀ ਠੀਕ ਹੈ ਜੀ, ਕਿਹੜੇ ਸ਼ਹਿਰ ਦੀ ਕੌਣ ਹੈ, ਕਿੰਨੀ ਜ਼ਮੀਨ ਹੈ, ਕਿੰਨਾ ਏਰੀਆ ਹੈ, ਉੱਥੇ ਕੀ ਹਵਾ ਚੱਲਦੀ ਹੈ, ਕੀ ਮੌਸਮ ਹੈ, ਬਸ ਉਹ ਕਿੰਨੀ ਜਨਸੰਖਿਆ ਹੈ, ਹਿਮਾਲਿਆ ਪਰਬਤ ਦੀ ਹਾਈਟ ਕਿੰਨੀ ਹੈ, ਮੈਮਰੀ। ਉਹ ਬੰਦੇ ਕੋਲ ਬੁੱਧੀ ਹੈ ਕਿ ਨਹੀਂ ਹੈ, ਉਹ ਤੇ ਵਹਿੰਦਾ ਹੀ ਕੋਈ ਨਹੀਂ ਪਿਆ। ਔਰ ਸਕੂਲ 'ਚ ਵੀ ਉਹਦੀ ਕਦਰ ਕਰੀ ਜਾਂਦੇ ਆ ਜੇ ਕੋਈ ਮੈਮਰੀ ਆ। ਉਹ ਮੈਮਰੀ ਦਾ ਮਤਲਬ ਇੱਕ ਹਾਰਡ ਡਿਸਕ ਹੈ, ਔਰ ਕੋ ਬਸ ਉਹ ਕੋਈ ਮੈਮਰੀ ਦੇ ਨਾਲ ਤੁਸੀਂ ਵਧੀਆ ਇਨਸਾਨ ਨਹੀਂ ਬਣ ਜਾਂਦੇ। ਇੱਥੇ ਮੈਂ ਤੁਹਾਨੂੰ ਮਿਲਾ ਦਿੰਦਾ ਵਾ ਕਿੰਨੇ ਬੰਦੇ, ਉਹਨਾਂ ਦੀ ਕਿੰਨੀ ਸ਼ਾਰਪ ਮੈਮਰੀ ਆ। ਹੋ ਸਕਦਾ ਕਿੰਨੇ ਉਹਨਾਂ ਨੂੰ ਗ੍ਰੰਥ ਆਉਂਦੇ ਹੋਣ, ਤੇ ਉਹਨਾਂ ਦਾ ਜੀਵਨ ਵੇਖੋ, ਜੀਵਨ ਕੁਛ ਵੀ ਨਹੀਂ ਉਹਨਾਂ ਦਾ।
ਤੇ ਜਿਹੜੇ ਬੰਦਿਆਂ ਨੂੰ ਬਹੁਤ ਵਿਚਾਰਿਆਂ ਨੂੰ ਗਿਆਨ ਹੈਗਾ, ਜਿਨ੍ਹਾਂ ਨੂੰ ਪਤਾ ਕਿ ਮੇਰਾ ਜੀਵਨ ਕੀ ਹੈ, ਜਿਹੜਾ ਸ਼ਾਮ ਨੂੰ ਵਹਿੰਦਾ ਕਿ ਮੇਰੇ ਸਾਰੇ ਦਿਨ ਦੀ ਦਿਨਚਰਿਆ ਕੀ ਹੈ, ਮੈਂ ਕਿੱਦਾਂ ਦਾ ਜੀਵਨ ਬਤੀਤ ਕੀਤਾ, ਹੋ ਸਕਦਾ ਕਿ ਉਹਨੂੰ 2 ਗੱਲਾਂ ਵੀ ਨਾ ਯਾਦ ਰਹਿੰਦੀਆਂ ਹੋਣ ਨਿੱਜਰ ਸਾਹਿਬ। ਬਿਲਕੁਲ। ਪਰ ਸਮਾਜ ਉਹਨੂੰ ਕਿਤੇ ਰਿਸਪੈਕਟ ਨਹੀਂ ਦਊਗਾ। ਸਮਾਜ ਤੇ ਉਹਨੂੰ ਰਿਸਪੈਕਟ ਦਿੰਦਾ ਹੈ। ਹੁਣ ਵੇਖੋ ਤੁਹਾਡੇ 2 ਬੱਚੇ ਆ, ਇੱਕ ਬੱਚਾ ਤੁਹਾਡਾ ਬੜਾ ਪਿਆਰ ਕਰਦਾ, ਤੁਹਾਡੀਆਂ ਲੱਤਾਂ ਘੁੱਟਦਾ, ਲੋੜ ਪਵੇ ਤੇ ਤੁਹਾਡੀ ਦਵਾਈ ਵੀ ਲੈ ਕੇ ਆਉਂਦਾ ਹੈ, ਹੋਰ ਤੁਹਾਡੇ ਕੱਪੜੇ ਕੁਪੜੇ ਸਿੱਧੇ ਕਰ ਦਿੰਦਾ ਹੈ, ਤੁਹਾਡੀ ਮਦਦ ਕਰਦਾ ਹੈ, ਤੁਹਾਡੇ ਨਾਲ ਖੇਡਦਾ ਮਲਦਾ ਹੈ। ਇਹ ਇੱਕ ਬੱਚਾ ਥੋੜੇ ਨੰਬਰ ਘੱਟ ਆਉਂਦੇ ਆ, ਦੂਜਾ ਬੱਚਾ ਜਿਹੜਾ ਵਾ ਥੋੜੇ ਨੰਬਰ ਵੱਧ ਲਈ ਜਾਂਦੇ ਆ, ਜਿਹੜਾ ਤੁਹਾਨੂੰ ਵਹਿੰਦਾ ਵੀ ਨਹੀਂ, ਕੋਈ ਗੱਲਬਾਤ ਨਹੀਂ ਹੈਗੀ। ਉੱਥੇ 4 ਬੰਦੇ ਬੈਠੇ ਹੋਣਗੇ, ਤੁਸੀਂ ਕਿਹਦਾ ਨਾਂ ਲੈਣਾ? ਤੁਸੀਂ ਉਹਦਾ ਲੈਣਾ ਜਿਹਦੇ ਨੰਬਰ ਵੱਧ ਆਏ ਆ। ਪ੍ਰਮੋਟ ਕਿਹਨੂੰ ਕਰ ਰਹੇ ਆ ਫਿਰ? ਅਸੀਂ ਡਾਂਗਾ ਤੇ ਅਸੀਂ ਖੁਦ ਡਾਂਗਾ ਵਾਲੇ ਕੰਮ ਤੇ ਨਿੱਜਾ ਸਾਹਿਬ ਖੁਦ ਕਰਦੇ ਹਾਂ। ਬਿਲਕੁਲ। ਮੁੜ ਕੇ ਉਹਦੇ ਕੋਲ ਗਿਆਨ ਆ ਬਸ, ਪਰ ਉਹਦੇ ਕੋਲ ਸੰਸਕਾਰ ਨਹੀਂ ਹੈਗੇ, ਦੂਜੇ ਕੋਲ ਸੰਸਕਾਰ ਹੈਗੇ ਆ। ਦੇਖੋ ਪਤਾ ਕੀ ਹੁੰਦਾ, ਇਹ ਚੀਜ਼ ਨੂੰ ਤੁਸੀਂ ਸਮਝੋ। ਜਿਹੜਾ ਬੱਚਾ ਤੁਹਾਡੀ ਵੈਲਿਊ ਕਰਦਾ ਹੈ, ਅਸਲ ਚ ਦੇਖੋ ਬਾਣੀ ਕਹਿੰਦੀ ਅਮੁੱਲ ਸੀਸ ਮੁੱਲ ਬਖਸ਼ੀਸ਼, ਉਹਨੂੰ ਅਸ਼ੀਰਵਾਦ ਦਿਓ। ਜਦੋਂ ਆਪਾਂ ਦੇਖੋ ਤੁਹਾਨੂੰ ਕੋਈ ਪਾਣੀ ਵੀ ਪਿਆਉਂਦਾ ਤੇ ਭਾਵੇਂ ਤੁਸੀਂ ਮੂੰਹ ਚ ਕੁਛ ਬੋਲੋ ਨਾ ਬੋਲੋ, ਤੁਹਾਡੇ ਅੰਦਰੋਂ ਜਿਹੜਾ ਵਾ ਉਹ ਅਸ਼ੀਰਵਾਦ ਆਪਣੇ ਆਪ ਨਿਕਲ ਜਾਂਦਾ। ਨਿੱਜਰ ਸਾਹਿਬ ਤੁਹਾਡੀਆਂ ਅੰਦਰਾਂ ਹੀ ਦੇ ਦਿੰਦੀਆਂ ਕਿ ਮੇਰੀ ਪਿਆਸ ਨੂੰ ਬੁਝਾਤਾ ਹੈ ਤੂੰ। ਤੁਸੀਂ ਵੇਖੋ ਤੁਸੀਂ ਕਿਸੇ ਘਰ ਗਏ, ਅਗਲੇ ਨੇ ਚਾਹ ਪਾਣੀ ਪਿਆਤਾ ਨਾ, ਤੁਸੀਂ ਕੁਛ ਕਿਹਾ ਨਹੀਂ ਕਿਹਾ, ਪਰ ਤੁਹਾਡੀਆਂ ਅੰਤਰੀਆਂ ਨੇ ਉਹਨੂੰ ਅਸ਼ੀਰਵਾਦ ਦੇ ਦਿੱਤਾ ਕਿ ਢਿੱਡ ਭਰ ਗਿਆ, ਖੁਸ਼ ਰਹਿ, ਤੂੰ ਬਹੁਤ ਚੰਗਾ ਕੰਮ ਕੀਤਾ, ਮੇਰੀ ਪਿਆਸ ਬੁਝਾਤੀ, ਮੇਰੀ ਭੁੱਖ ਬੁਝਾਤੀ। ਸੋ ਇਹ ਸੱਚ ਆ। ਸੋ ਇੱਥੇ ਬਾਣੀ ਆਪਾਂ ਨੂੰ ਇਹ ਕਹਿ ਰਹੀ ਹੈ ਕਿ ਜੇ ਤੂੰ ਪਾਣੀ ਚ ਵੜ ਜਾਏ, ਭਾਵੇਂ ਤੂੰ ਸੋਨੇ ਦੇ ਪਰਬਤ ਚ ਵੜ ਕੇ ਬਹਿ ਜਾਏ, ਤੇ ਬਈ ਇਹ ਤੇ ਜੇ ਤੂੰ ਏਦਾਂ ਸੋਚਦਾ ਪਿਆ ਤੇ ਫਿਰ ਤੇ ਤੇਰੇ ਮਨ ਦਾ ਕੋਈ ਖੇਡ ਹੈ, ਬਾਕੀ ਏਦਾਂ ਦੀ ਕੋਈ ਗੱਲਬਾਤ ਨਹੀਂ ਗੀ ਪਰਮਾਤਮਾ ਦੇ ਦਰਬਾਰ ਚ। ਹਾਂਜੀ ਨਿੱਜਰ ਸਾਹਿਬ। ਕਹਿ ਵਿੱਚ ਧਰਤੀ, ਕਹਿ ਆਕਾਸ਼ੀ, ਉਰਧ ਰਹਾ ਸਿਰ ਭਾਰ। ਕਹਿ ਧਰਤੀ ਦੇ ਵਿੱਚ ਵੜ ਜਾ ਭਾਈ, ਉੱਥੇ ਕੋਈ ਬਣਾ ਲਾ ਜਿਹੜੀ ਹੈਗੀ ਆ ਕੋਈ ਵਧੀਆ ਜਿਹਾ 에ਅਰ ਕੰਡੀਸ਼ਨ, ਤੇ ਜਾਂ ਫਿਰ ਕੋਈ ਰਾਕਟ ਰੁਕਟ ਤੇ ਜਾ ਕੇ ਉੱਪਰ ਚਲੇ ਜਾ, ਜਿੱਥੇ ਜਿਹੜਾ ਹੈਗਾ ਉਹ ਗ੍ਰੈਵਿਟੇਸ਼ਨ ਖਤਮ ਹੁੰਦੀ ਆ, ਉੱਥੇ ਜਿਹੜਾ ਹੈਗਾ ਚੱਲ ਪਾ, ਸੋਲਾਰ ਦੇ ਨਾਲ ਚੱਲੇ ਤੇਰਾ ਜਿਹੜਾ ਹੈਗਾ ਸਾਰਾ ਸਿਸਟਮ। ਪੁਰ ਕਰ ਕਾਇਆ ਕੱਪੜ ਪੈਰਾਂ ਹੋਂ ਧੋਵਾਂ ਸਦਾਕਾਰ, ਜਾਂ ਕੋਈ ਪੂਰਾ ਦਾ ਪੂਰੇ ਆਪਣੇ ਆਪ ਨੂੰ ਡਰੈਸ ਦੇ ਨਾਲ, ਕੱਪੜੇ ਦੇ ਨਾਲ ਸਿਰ ਤੋਂ ਲੈ ਕੇ ਪੈਰ ਤੱਕ ਚੰਗੀ ਤਰ੍ਹਾਂ ਢੱਕ ਕੇ ਕੱਪੜੇ ਪਾ ਲਾ, ਤੇ ਜਾਂ ਧੋਵਾਂ ਸਦਾਕਾਰ, ਜਾਂ ਸਰੀਰ ਨੂੰ ਜਿਹੜਾ ਇਹੀ ਕਾਰ ਕਰਦੇ ਰਵਾਂ, ਸਰੀਰ ਦੀ ਬਾਹਰ ਦੀ ਮੈਲ ਹੀ ਧੋਂਦੇ ਰਵਾਂ। ਤੇ ਅੱਗੇ ਮਹਾਰਾਜ ਕਹਿੰਦੇ ਬੱਗਾ ਰੱਤਾ ਪੀਲਾ ਕਾਲਾ ਬੇਦਾਂ ਕਰੀ ਪੁਕਾਰ। ਆ ਸਾਰੇ ਦੇਖ ਲਓ, ਹਰੇਕ ਧਰਮ ਦੇ ਮਹਾਰਾਜ ਨੇ ਜਿਹੜੇ ਹੈਗੇ, ਚਿੱਟਾ ਵੀ ਲੈ ਲਿਆ, ਲਾਲ ਵੀ ਲੈ ਲਿਆ, ਪੀਲਾ ਵੀ ਲੈ ਲਿਆ, ਕਾਲਾ ਵੀ ਲੈ ਲਿਆ। ਕਹਿੰਦੇ ਇਹੋ ਜਿਹੇ ਕੱਪੜੇ ਡਰੈਸ ਕੋਡ ਪਾ ਕੇ ਜਿਹੜਾ ਹੈਗਾ ਮੈਂ ਗਿਆਨ ਦੀ ਪੁਕਾਰ ਕਰਦੇ ਰਵਾਂ, ਗਿਆਨ ਦੇ ਨਾਲ ਹੀ ਲੱਗਿਆ ਰਵਾਂ। ਹਾਂਜੀ ਗੋਰਕੀ ਸਾਹਿਬ। ਦੇਖੋ ਸਾਧ ਸੰਗਤ ਜੀ, ਬਾਣੀ ਕੋਈ ਫਾਰਸੀ ਜੀ ਤੇ ਲਿਖੀ ਨਹੀਂ, ਪੰਜਾਬੀ ਚ ਲਿਖੀ ਹੈ, ਪਰ ਇਹ ਤੁਕ ਕਿਸੇ ਨੇ ਪੜ੍ਹੀ ਨਹੀਂ ਹੋਣੀ ਅਜੇ ਤੱਕ, ਨਾ ਕਿਸੇ ਨੇ ਸੁਣਾਈ ਹੋਣੀ। ਨਿੱਜਰ ਸਾਹਿਬ ਨਾ, ਬਿਲਕੁਲ ਨਹੀਂ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਸ ਤੇ ਵਿਚਾਰ ਹੀ ਨਹੀਂ ਕਰਦੇ। ਸੰਗਤ ਨੂੰ ਤਾਂ ਉਹ ਹੀ ਕਰਦੇ ਆ ਭਾਈ, ਜਿਹੜੇ ਉਹ ਜਿਹੜਾ ਹੈਗਾ ਜਿਹੜਾ ਉਹ ਕਹਿੰਦੇ ਜੀ ਉਹ ਸੁਣਾ ਦਿਓ, ਜਿਹੜਾ ਹੈਗਾ ਉਹ ਬੱਚੇ ਦੇ ਜਨਮ ਦਿਨ ਤੇ ਜਿਹੜੇ ਸੁਣਾਉਂਦੇ ਹੁੰਦੇ ਆ ਬਈ ਉਹ ਕਿਹੜਾ ਆ। ਹਾਂ, ਇਹ ਬਾਣੀ ਤੇ ਨਹੀਂ ਵਿਚਾਰ ਕਰਦੇ। ਕਿਉਂ ਨਹੀਂ ਕਰਦੇ? ਉੱਥੇ ਵੀ ਡਰ ਲੱਗਦਾ, ਡਿਸਪਿਊਟ ਪੈਂਦਾ। ਇਹ ਲੋਕ ਫਿਰ ਸੱਚ ਨਹੀਂ ਨਾ ਬੋਲਦੇ, ਉਹ ਕਹਿੰਦੇ ਮਿੱਟੀ ਮੁਸ। ਹਾਂਜੀ, ਉਹ ਮੁਸ। ਇਹ ਜਿਹੜਾ ਬੱਗਾ ਹੈਗਾ ਚਿੱਟਾ, ਉਹ ਸਤਿਯੁਗ ਦਾ ਰੰਗ ਆ ਜੀ, ਪੀਲਾ ਦੁਆਪਰ ਦਾ, ਤੇ ਜਿਹੜਾ ਭਗਵਾਂ ਹੈਗਾ ਲਾਲ, ਉਹ ਹੈਗਾ ਤ੍ਰੇਤੇ ਦਾ, ਤੇ ਕਾਲਾ ਕਲਯੁਗ ਦਾ। ਇਹ ਸੁਣਿਆ ਸੀ ਕਿਤੇ ਜੀ, ਜਾਂ ਵੇਦਾਂ ਵਿੱਚ ਇਹ ਵੀ ਇਹੀ ਕਿਹਾ ਹੋਊਗਾ ਜੀ। ਇਹ ਤਾਂ ਡਰੈਸ ਦੀ ਗੱਲ ਕਰ ਰਹੇ, ਡਰੈਸ ਦੇ ਨਾਲ ਨਹੀਂ ਬਣਨਾ, ਇਹ ਰੰਗਾਂ ਦੇ ਨਾਲ ਕੁਛ ਨਹੀਂ ਹੋਣਾ। ਮਹਾਰਾਜ ਤਾਂ ਇਹ ਕਹਿ ਰਹੇ ਭਾਈ ਕੱਪੜੇ ਦੇ ਨਾਲ ਨਹੀਂ ਕੁਛ ਹੋਣਾ। ਤੇ ਭਾਜੀ ਰੰਗ ਰੁੰਗ ਮਨ ਦੇ ਨਾਲ ਕੁਛ ਹੁੰਦਾ, ਕੋਈ ਤਿਲਕ ਤੁਸੀਂ ਜਿਹੜਾ ਮਰਜ਼ੀ ਲਾ ਲਓ, ਕੀ ਫਰਕ ਪੈਂਦਾ? ਉਹ ਤੇ ਤੁਹਾਡੇ ਤਨ ਤੇ ਲੱਗਾ ਤਿਲਕ, ਉਹ ਤੇ ਕੇਵਲ ਮਾਰਗਦਰਸ਼ਨ ਕੀਤਾ ਕਿ ਇੱਥੇ ਇੱਕ ਥੋੜਾ ਜਿਹਾ ਮੱਥੇ ਦੇ ਤਿਲਕ ਲਾਇਆ ਕਿ ਤੇਰੇ ਅੰਦਰ ਇੱਥੇ ਤੀਜਾ ਨੇਤਰ ਹੈ ਜਿਹਨੂੰ ਤੂੰ ਪ੍ਰਗਟ ਕਰਨਾ ਹੈ। ਤੀਜਾ ਨੇਤਰ ਤੁਹਾਡਾ ਜਿਹੜਾ ਚੇਤਨ ਮਨ ਹੈ। ਚੇਤਨ ਮਨ ਜਿਹੜਾ ਹੈ ਉਹ ਪਾਵਰਫੁਲ ਹੈ, ਪਰ ਤੁਸੀਂ ਉਹਨੂੰ ਦਬਾ ਦਿੱਤਾ। ਕਿਉਂ ਦਬਾ ਦਿੱਤਾ? ਹੁਣ ਜਿੱਦਾਂ ਨਿੱਜਰ ਸਾਹਿਬ, ਜਿੱਦਾਂ ਦੀ ਆਪਾਂ ਪੈੜੀ ਦੇ ਵਿੱਚ
ਖਾਲ ਬਣਾਇਆ ਹੁੰਦਾ ਨਾ, ਹੂੰ ਤੇ ਪਾਣੀ ਤੇ ਬੰਬੀ ਤੋਂ ਆਉਂਦਾ ਹੈ। ਬੰਬੀ ਥੋੜੀ ਕਹਿੰਦੀ ਕਿ ਪਾਣੀ ਨੂੰ ਕਿੱਥੇ ਜਾਣਾ ਹੈ, ਉਹ ਕਹਿੰਦੀ ਉਹ ਖੇਤ 'ਚ ਲੈ ਕੇ ਜਾਣਾ। ਤੇ ਆੜ ਤੁਸੀਂ ਜਿੱਦਾਂ ਦੀ ਮਰਜ਼ੀ ਬਣਾ ਲਓ। ਬਿਲਕੁਲ ਸਹੀ ਗੱਲ ਹੈ। ਬਿਲਕੁਲ ਭਾਵੇਂ ਉੱਚਾ ਹੈਗਾ ਨਾ ਤਾਂ ਵੀ ਜਿਹੜਾ ਹੈਗਾ ਚੰਗੀ ਤਰ੍ਹਾਂ ਬਣਾ ਲਓ, ਵਧੀਆ ਵਧੀਆ ਜਿਹੜੀ ਹੈ ਉੱਚੇ ਤੇ ਵੀ ਥੋੜਾ ਘੱਟ ਜਾਊਗਾ ਪਰ ਜਾਊਗਾ ਜ਼ਰੂਰ। ਹਾਂ, ਤੇ ਆੜ ਬਣਾ ਲਓ। ਤੇ ਆੜ ਮੇਰੇ ਵਾਂਗੂ ਭਾਵੇਂ ਤੁਸੀਂ ਪਹਿਲਾਂ ਉੱਥੇ ਜਿਹੜੀਆਂ ਝਾੜੀਆਂ ਝੁੜੀਆਂ ਉਧਰ ਲੈ ਜਾਓ, ਉੱਥੇ ਭੇਜ ਦਿਓ, ਬਾਅਦ 'ਚ ਫਿਰ ਖੇਤ ਵਾਲੇ ਲੈ ਜਾਓ, ਇਹ ਤੁਹਾਡੀ ਮਰਜ਼ੀ ਆ। ਬਿਲਕੁਲ। ਹੁਣ ਚੇਤਨ ਮਨ ਜਿਹੜਾ ਇਹ ਸਾਰਾ ਚੇਤਨ ਮਨ ਨੂੰ ਸਮਝਾ ਰਹੇ ਨੇ, ਤੁਹਾਡੇ ਮਨ ਦੀ ਕਾਉਂਸਲਿੰਗ ਕਰ ਰਹੇ ਹੋ ਕਿ ਇਹ ਤੂੰ ਕਿਤੇ ਕਨਫਿਊਜ਼ਨ ਨਾ ਹੋ ਜੀ ਆਪਣੇ ਆਪ 'ਚ, ਇਹ ਰੰਗਾ ਰੁੰਗਾ 'ਚ ਨਾ ਪੈ ਜੀ। ਸੋ ਆਪਾਂ ਨੂੰ ਇਹ ਸਮਝਾਇਆ ਗਿਆ, ਜੇ ਆਪਾਂ ਇਹ ਸਮਝੀਏ ਤੇ ਕਾਫੀ ਹੈ, ਕਾਫੀ ਵੱਡੀ ਗੱਲ ਹੋ ਗਈ ਹੈ। ਫਿਰ ਉਹ ਕਹਿੰਦੇ ਬੱਗਾ ਰੱਤਾ ਪੀਲਾ ਕਾਲਾ, ਤੇ ਫਿਰ ਕਹਿੰਦੇ ਬੇਦਾਂ ਕਰੀ ਪੁਕਾਰ, ਹੈ ਨਾ। ਬਿਲਕੁਲ। ਭਾਵੇਂ ਤੂੰ ਪਾਠ ਵੀ ਕਰੀ ਜਾ, ਇਹ ਵੀ ਇਹੋ ਗੱਲ ਜੇ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਇਹ ਆਪਾਂ ਆਪਣੇ ਤੇ ਲਾਉਣਾ ਹੈ। ਬਾਣੀ ਜਿਹੜੀ ਹੈਗੀ ਸਰਬ ਸਾਂਝੀ ਬਾਣੀ ਹੈ, ਕੋਈ ਇਹ ਪਾਰਟਿਕੂਲਰ ਜਿਹੜਾ ਹੈ ਕਿਸੇ ਨੂੰ ਨਹੀਂ ਕਹਿੰਦੀ ਬਾਣੀ। ਹਾਂਜੀ ਹਾਂ, ਤੇ ਉਹ ਦੇਖੋ ਇਹ ਚੀਜ਼ ਨੂੰ ਸਮਝੀਏ ਆਪਾਂ ਤੇ ਫਿਰ ਸਿਆਣੇ ਆ, ਤੇ ਜੇ ਆਪਾਂ ਨਹੀਂ ਸਮਝਣਾ ਤੇ ਫਿਰ ਤੇ ਦੁਨੀਆ ਤੇ ਚੱਲ ਹੀ ਰਹੀ ਹੈ। ਫਿਰ ਇਹੋ ਚੀਜ਼ ਹੈ। ਆਪਾਂ ਅੱਗੇ ਚੱਲੀਏ। ਨਿਜਾ ਸਾਹਿਬ ਅਗਲੀ ਤੋਂ ਬੋਲੋ। ਅੱਗੇ ਕਹਿੰਦੇ ਆ ਕਿ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ। ਕਹਿੰਦੇ ਜਿਹੜੇ ਹੈਗੇ ਜੀ ਜੈਨੀ ਹੈਗੇ ਸਰੇਵੜੇ ਜਿਹੜੇ ਹੈਗੇ ਉਸ ਤਰੀਕੇ ਦੇ ਨਾਲ ਜਿਹੜੇ ਹੈਗੇ, ਜੇ ਮੈਂ ਕਿਤੇ ਗੰਦਾ ਮੰਦਾ ਹੀ ਰਹਾਂ, ਨਾ ਨਹਾਵਾਂ, ਝੂਠ ਮੂਠ ਖਾਈ ਜਾਵਾਂ, ਬਸ ਕਹਿੰਦੇ ਇਹਦੇ ਨਾਲ ਵੀ ਜਿਹੜਾ ਹੈ ਦੁਰਮਤੀ ਹੈ ਭਾਈ। ਇਹ ਤਾਂ ਵਿਕਾਰਾਂ ਦੀ ਮੱਤ ਹੈਗੀ, ਇਹਦੇ ਨਾਲ ਕੁਛ ਹੋਣ ਵਾਲਾ ਤਾਂ ਨਹੀਂ ਹੈ, ਮਨ ਨੂੰ ਤਾਂ ਕੁਛ ਨਹੀਂ ਹੋਣਾ। ਹਾਂਜੀ, ਇਹਦਾ ਮਤਲਬ ਉਹਨਾਂ ਨੂੰ ਪਤਾ ਕਿ ਜੈਨ ਧਰਮ ਕੀ ਕਰਦਾ। ਹਾਂ ਬਿਲਕੁਲ। ਬਾਣੀ ਦੇ ਵਿੱਚ ਤਾਂ ਗੋਰਖੀ ਸਾਹਿਬ ਮਹਾਰਾਜ ਨੇ ਪੂਰਾ ਚੰਗੀ ਤਰ੍ਹਾਂ ਘੋਖ ਕੇ ਜਿਹੜਾ ਜੈਨੀਆਂ ਦੇ ਬਾਰੇ ਪੂਰਾ ਜੈਨੀ ਨਾਮ ਲੈ ਕੇ ਲਿਖਿਆ ਹੈ। ਮਹਾਰਾਜ ਥੋੜੀ ਨਾ ਬਾਣੀ ਥੋੜੀ ਨਾ ਕਿਸੇ ਤੋਂ ਖੌਫ ਕਰਦੀ ਹੈ। ਡਾਇਰੈਕਟਲੀ ਉਹਨੇ ਟਾਰਗੇਟ ਕੀਤਾ। ਹਾਂ ਬਿਲਕੁਲ, ਹਰੇਕ ਨੂੰ ਕੀਤਾ। ਹਾਂ ਤੇ ਮਤਲਬ ਤੇਰੇ ਮਨ 'ਚ ਇਹਨਾਂ ਕਨਫਿਊਜ਼ਨ ਕ੍ਰੀਏਟ ਹੋ ਜਾਏ, ਤੂੰ ਦਰਸ਼ਨ ਨਹੀਂ ਕਰਨ ਦਿਆ ਤੇ ਤੂੰ ਬ੍ਰਹਮ ਗਿਆਨੀ ਹੋ ਗਿਆ। ਪਰ ਇਹ ਤੇ ਏਦਾਂ ਹੀ ਕਰਦੇ ਦਿਗੰਬਰ ਤੇ ਸਤੰਬਰ। ਉਹ ਹੁਣ ਦਾਤਨ ਕਰਨੀ ਹੁੰਦੀ ਹੈ, ਕਹਿੰਦੇ ਉਹ ਚੋਰੀ ਕਰਦੇ ਜਾ ਕੇ। ਨਿਜਾ ਸਾਹਿਬ ਬੋਬੜੀ ਆਉਂਦੀ ਹੈ ਨਾ, ਉਹ ਇੱਕ ਦਾਤਨ ਹੁੰਦੀ ਨਹੀਂ ਆ ਸਾਹਮਣੇ ਤੇ ਕਰ ਨਹੀਂ ਸਕਦੇ, ਛੁਪ ਛਪ ਕੇ ਬ੍ਰਸ਼ ਲਗਾ ਕੇ ਰੱਖਿਆ ਹੁੰਦਾ। ਨਿਜਾ ਸਾਹਿਬ ਬੈਕ ਡੋਰ ਤੋਂ ਸਾਰੇ ਕਰੀ ਜਾਂਦੇ ਆ। ਉਹ ਆ ਕਿ ਥੋੜਾ ਜਿਹਾ ਪਬਲਿਕ ਫੇਸ ਵਾਸਤੇ ਅਸਲ 'ਚ ਇਹ ਹਿਪੋਕ੍ਰੇਸੀ ਹੈ ਨਿਜਾ ਸਾਹਿਬ, ਪਖੰਡ। ਬਿਲਕੁਲ। ਉਹ ਜਿੱਦਾਂ ਮਤਲਬ ਆਪਣੀ ਨੀ ਉੱਥੇ ਹਜ਼ੂਰ ਸਾਹਿਬ ਉੱਥੇ ਇੱਕ ਰੁੱਖ ਤੇ ਨੇਮ ਟਰੱਕ ਦਾ ਨੇਮ ਪਲੇਟ ਉਹਦੀ ਕਿਸੇ ਦੀ ਡਿੱਗ ਗਈ, ਉਹਨੇ ਟੰਗਤੀ ਕਿ ਜੇ ਲੱਭ ਜੂ ਕਿਸੇ ਨੂੰ, ਜਿਹਨੂੰ ਮਿਲ ਜੂਗੀ। ਤੇ ਉੱਥੇ ਮੇਰੇ ਵਰਗਿਆਂ ਨੇ ਉੱਥੇ ਨੇਮ ਪਲੇਟ ਚੜਾਉਣੀ ਸ਼ੁਰੂ ਕਰਤੀ। ਉਹ ਕਹਿੰਦੇ ਰੁੱਖ ਤੇ ਇੰਨੀ ਨੇਮ ਪਲੇਟ ਚੜੀ ਪਈ ਆ, ਉੱਥੇ ਲੋਕੀ ਸੁੱਖ ਜਾਂਦੇ ਕਿ ਮੈਨੂੰ ਟਰੱਕ ਮਿਲ ਜੂਗਾ ਤੇ ਮੈਂ ਚੜਾ ਦੂੰਗਾ। ਹੁਣ 10-12 ਨੇ ਸੁੱਖੀ ਆ, ਇੱਕ ਦੀ ਪੂਰੀ ਹੋ ਜਾਂਦੀ ਆ, ਕਮ ਸੇ ਕਮ ਇੱਕ ਤੇ ਚੜੀ ਜਾਣੀ ਆ। ਬਿਲਕੁਲ। ਉਹ ਸਾਲ ਦੇ ਵਿੱਚ 365 ਦਿਨ ਆ, ਹੁਣ 365 ਪਲੇਟਾਂ ਤੇ ਚੜਨੀਆਂ ਉੱਥੇ, ਜੇ 100 ਬੰਦਾ ਸੁੱਖਦਾ ਤੇ। ਚਲੋ ਇਸੇ ਤਰ੍ਹਾਂ ਕਰਕੇ ਵੇਖੋ ਲੋਕ ਆਪਣੇ ਪੰਜਾਬ 'ਚ ਵੀ ਬਹੁਤ ਹੈਗੇ ਨੇ ਇਹ ਚੀਜ਼ਾਂ ਕਰਦੇ ਨੇ ਲੋਕ। ਬਾਣੀ ਮਨਾ ਕਰਦੀ, ਕਹਿੰਦੀ ਵੀ ਏਦਾਂ ਦੇ ਕਰਮ ਕਾਂਡ ਨਾ ਕਰੋ। ਇਸ ਲਈ ਕਿਉਂਕਿ ਜੇ ਤੂੰ ਇਹਨੂੰ ਛੱਡੇਗਾ ਤੇ ਕੋਈ ਚੰਗੀ ਜਗ੍ਹਾ ਤੇ ਪਹੁੰਚ ਵੀ ਸਕਦਾ। ਜੇ ਬਾਣੀ ਕਹਿੰਦੀ ਆ ਕਿ ਮੈਂ ਤੈਨੂੰ ਤਾਂ ਮਨਾ ਕਰ ਰਹੀ ਹਾਂ ਕਿਉਂਕਿ ਤੂੰ ਆਪਣਾ ਸਮਾਂ ਨਾ ਖਰਾਬ ਕਰ, ਕਿਉਂਕਿ ਤੇ ਪ੍ਰੋਗਰੈਸ ਨਹੀਂ ਹੈਗੀ, ਤੈਨੂੰ ਲੱਭਣਾ ਕੁਛ ਨਹੀਂ ਪਿਆ। ਹਾਂ ਨਾਲੇ ਦੇਖ ਲਾ। ਬਿਲਕੁਲ ਗੋਰਖੀ ਸਾਹਿਬ ਦੇਖ ਲਾ ਬਈ ਕਿ ਤੂੰ ਜਿਹੜਾ ਇੰਨੇ ਸਮੇਂ ਦਾ ਇਹ ਕੰਮ ਕਰ ਰਿਹਾ ਆ, ਤੇ ਤੂੰ ਜੰਗ ਖੜਾ ਹੋ ਕੇ ਉਹਨੂੰ ਵਿਚਾਰ ਕੇ ਤਾਂ ਦੇਖ ਵੀ ਤੇਰੇ ਅੰਦਰ ਕਿੰਨੀ ਕੁ ਉਚਾਈ ਆ ਗਈ ਆ, ਤੇਰਾ ਕਿੰਨਾ ਕੁ ਜਿਹੜਾ ਮਾਲਕ ਦੇ ਨੇੜੇ ਹੋ ਗਿਆ, ਕਿੰਨੀ ਕੁ ਆਤਮਾ ਦੀ ਸੋਝੀ ਹੋ ਗਈ ਹੈ। ਪਰ ਨਿੱਜਰ ਸਾਹਿਬ ਇਹ ਕੰਮ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਆੜ ਦੇ ਵਿੱਚ ਹੀ ਲੋਕੀ ਕਰ ਰਹੇ ਨੇ, ਪਰ ਬਾਣੀ 'ਚ ਤੇ ਏਦਾਂ ਦਾ ਕੁਝ ਲਿਖਿਆ ਹੀ ਨਹੀਂ। ਬਸ ਹੁਣ ਪ੍ਰਗਟ ਹੋ ਜਾਣਾ ਇਹਨੇ ਗੋਰਖੀ ਸਾਹਿਬ। ਹੁਣ ਇਹਨਾਂ ਦਾ ਨਹੀਂ ਚੱਲਣਾ ਜਿਹੜਾ ਹੈ। ਜਬ ਉਹ ਦਿਨ ਗਏ ਜਬ ਜਿਹੜਾ ਹੈਗਾ ਪੁਜਾਰੀਆਂ ਦਾ ਪਸੀਨਾ ਗੁਲਾਬ ਥਾ, ਹੁਣ ਤਾਂ ਨੈਟ ਤੇ ਆ ਗਈ ਆ। ਇੱਥੇ ਤੇ ਨਿੱਜਰ ਸਾਹਿਬ ਇੱਕ ਤੁਕ ਤੱਕ ਨਹੀਂ ਸਪੋਰਟ ਕਰਦੇ ਹੋ ਤੇ ਰੌਲਾ ਪਾਉਂਦੇ, ਕਿਤੇ ਹੱਥ ਨਾ ਲਾਓ। ਆ ਪਹਿਲੀ ਤੁਕ 'ਚ ਵੇਖੋ ਕਿੱਦਾਂ ਮਨਾ ਕਰਦੇ ਹੋ ਕਿ ਕਨਫਿਊਜ਼ਨ ਨਾ ਕ੍ਰੀਏਟ ਹੋ ਜਾਏ। ਇੱਕ ਰੰਗ ਨੂੰ ਫੜਿਆ ਉਹਨਾਂ ਨੇ। ਹਾਂਜੀ ਅਗਲੇ ਬਣੇ ਚਲੀ ਨਿੱਜਰ ਸਾਹਿਬ। ਉਹ ਕਹਿੰਦੇ ਮਲੀਨਤਾ 'ਚ ਰਹਿਣ ਦੇ ਨਾਲ ਵੀ ਤੂੰ ਹੀ ਕੁਝ ਸੋਚੋ ਕਿ ਮੈਂ ਬੜਾ ਅੰਦਰੋਂ ਸਾਫ਼ ਹੋ ਜਾਊਂਗਾ। ਕਹਿੰਦੇ ਨਹੀਂ, ਇਹ ਵੀ ਤੇਰੇ ਮਨ ਦੀ ਕਨਫਿਊਜ਼ਨ ਆ। ਤੇਰੇ ਜਿਹੜੇ ਦੁਰਮਤ ਆ ਉਹ ਵਿਕਾਰ ਹੈਗੇ ਨੇ, ਤੇ ਬਾਹਰੀ ਮੈਲ ਦੇ ਨਾਲ ਤੇਰੇ ਅੰਦਰ ਦੀ ਮਲੀਨਤਾ ਜਿਹੜੀ ਉਹ ਦੂਰ ਨਹੀਂ ਹੋਣੀ। ਠੀਕ ਹੈ ਜੀ। ਹੁਣ ਅੱਗੇ ਆਖਰੀ ਲਾਈਨ ਹੈ ਗੋਰਖੀ ਸਾਹਿਬ, ਨਾ ਹੋ ਨਾ ਮੈਂ ਨਾ ਹੋਵਾਂ ਨਾਨਕ ਸ਼ਬਦ ਵਿਚਾਰ। ਆਹ ਟਾਰਗੇਟ ਆ ਪਿਆਰਿਆ। ਤੂੰ ਜਿਹੜਾ ਹੈਗਾ ਦੁਨੀਆ ਦੇ ਵਿੱਚ ਆਪਾਂ ਆਏ ਆ, ਦੇਖ ਲਓ ਗੋਰਖੀ ਸਾਹਿਬ, ਆਪਾਂ ਤਾਂ ਕਹਿੰਦੇ ਆ ਮੈਂ ਹੈਗਾ, ਮੇਰਾ ਸਰੀਰ ਹੈਗਾ, ਆ ਮੇਰਾ ਸਾਰਾ ਕੁਛ ਹੈ, ਮੈਂ ਕਰ ਰਹੇ ਹਾਂ ਤੇ ਮੈਂ ਆ ਹਾਂ ਤੇ ਮੈਂ ਮੇਰਾ ਸਾਰਾ।
ਇਹ ਹਉਮੈ ਕਹਿੰਦੇ ਆ। ਇਹਨੂੰ ਖਤਮ ਕਰਨਾ ਹੈ ਪਿਆਰਿਆ। ਮਾਲਕ ਦਾ ਸਾਰਾ ਕੁਝ ਹੈ, ਮਾਲਕ ਤਾਂ ਕੁਝ ਕਹਿੰਦਾ ਨਹੀਂ ਹੈ। ਤੂੰ ਐਵੇਂ ਜਾ ਕੇ ਜਿਹੜਾ ਹੈਗਾ ਆਪਣੇ ਸਾਰੇ ਬਾਉਂਡਰੀਆਂ ਖਿੱਚ ਰਿਹਾ ਆ ਇੱਧਰ ਉੱਧਰ। ਸ਼ਬਦ ਦੀ ਵਿਚਾਰ ਕਰ ਲਾ ਪਿਆਰਿਆ, ਸ਼ਬਦ ਕੀ ਕਹਿ ਰਿਹਾ ਆ ਔਰ ਉਹ ਕਾਰਵਾਈ ਕਰ ਲਾ, ਅਤੇ ਤਾਂ ਜਿਹੜਾ ਹੈ ਆਹ ਟਾਰਗੇਟ ਆ ਤੇਰਾ। ਜੇ ਤੂੰ ਚਾਹੁੰਦਾ ਹੈ ਕੋਈ ਅੰਦਰ ਆਤਮਾ ਤੱਕ ਜਿਹੜਾ ਹੈ ਪਹੁੰਚਣਾ ਅਤੇ ਨਾਮ ਵਾਲੀ ਨਾਮ ਦੀ ਕਣੀ ਲੈਣਾ ਚਾਹੁੰਦਾ ਹੈ, ਅਤੇ ਆਹ ਕੰਮ ਕਰਨਾ ਪਊਗਾ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਆ ਕਿ ਬਈ ਦੇਖ, ਜਿਹੜੀ ਹਉਮੈ ਦੇ ਵਿੱਚ ਤੂੰ ਬੈਠਾ ਹੈ ਨਾ, ਮਤਲਬ ਏਡੀ ਵਧੀਆ ਚੀਜ਼ ਨਹੀਂ ਹੈ। ਤੇ ਹਉਮੈ 'ਚ ਹੀ ਬੰਦਾ ਸਾਰਾ ਜੀਵਨ ਬਤੀਤ ਕਰਦਾ ਹੈ। ਹਉਮੈ 'ਚ ਹੀ ਸਭ ਪੰਗੇ ਲੈਂਦਾ। ਹਉਮੈ ਦਾ ਮਤਲਬ ਹੈ ਗੋਰਖੀ, ਹਉਮੈ ਦਾ ਮਤਲਬ ਹੈ ਗੋਰਖੀ ਸਾਹਿਬ, ਪਰਮਾਤਮਾ ਦੇ ਨਾਲੋਂ ਆਪਾਂ ਅਲੱਗ ਹੋ ਗਏ। ਬਸ ਹਉਮੈ ਇੱਕ ਹੈ ਤਾਂ ਸਾਰਾ ਪਰਮਾਤਮਾ ਦਾ ਹੀ ਗੇਮ ਹੈ, ਸਾਰਾ ਪਰਮਾਤਮਾ ਹੈਗਾ। ਆਪਾਂ ਆਪਣਾ ਵੱਖ ਕਰ ਲਿਆ ਆਪਣੇ ਆਪ ਨੂੰ, ਉਹਦੇ ਪੈਰਲਲ ਹੋ ਗਏ। ਇੱਕ ਜਿਹੜਾ ਦਾਅਵੇਦਾਰ ਖੜਾ ਹੋ ਗਿਆ। ਹਾਂਜੀ ਵੀਰ ਜੀ। ਹਾਂ, ਜਿਸ ਨੇ ਆਪਣੀ ਇੱਕ ਆਈਡੈਂਟਿਟੀ, ਆਪਣੀ ਪਹਿਚਾਣ ਬਣਾ ਲਈ ਹੈ। ਹਾਂ, ਕਿਉਂ ਬਣਾ ਲਈ ਹੈ? ਕਿਉਂਕਿ ਉਹ ਤੁਰਿਆ ਜ਼ਰੂਰ ਧਾਰਮਿਕ ਸਥਾਨਾਂ ਤੇ ਫਿਰਦਾ ਹੈ, ਪਰ ਉਹ ਜਸਟ ਉਹ ਨਾਟਕ ਕਰ ਰਿਹਾ, ਬਿਊਰੋਕ੍ਰੇਸੀ, ਹਿਪੋਕ੍ਰੇਸੀ, ਜਸਟ ਪਖੰਡ। ਕਿਉਂ ਕਰਦਾ ਹੈ? ਉੱਥੇ ਗ੍ਰੰਥਾਂ 'ਚ ਲਿਖਿਆ ਨਰਕ ਨੁਰਕ, ਇਹ ਕਰਕੇ ਸੋਚਦਾ ਹੈ ਕਿ ਕਿਤੇ ਨਰਕਾਂ 'ਚ ਨਾ ਜਾਣਾ ਪਵੇ। ਚਲੋ 2 ਮਿੰਟ ਉੱਥੇ ਵੀ ਉਹ ਹੋਈਏ, ਪਰ ਉਹ ਨਹੀਂ ਸੋਚਦਾ ਕਿ ਤੂੰ ਉੱਥੇ ਮੱਥਾ ਤੇ ਟੇਕ ਆਇਆ ਤੇ ਮੁੜ ਕੇ ਸਾਰਾ ਦਿਨ ਟੋਕਾ ਚਲਾਇਆ ਹੀ, ਤੇ ਫਿਰ ਕੀ ਸੱਚੀ ਪ੍ਰਮਾਤਮਾ ਦੇ ਨਾਲ ਜਿਹੜਾ ਤੂੰ ਸਿਰ ਝੁਕਾਉਣਾ ਸੱਚਾ ਵਾ? ਬਾਣੀ ਨੂੰ ਜੇ ਪੜ੍ਹੇਗਾ ਤੇ ਬਾਣੀ ਤੇ ਕਹਿੰਦੀ ਹੈ ਕਿ ਥੋੜਾ ਬਹੁਤਾ ਬਈ ਦੇਖ ਤੇਰਾ ਜੀਵਨ ਕੀ ਹੈ, ਤੇਰੇ ਜੀਵਨ ਦੀ ਡਾਇਰੈਕਸ਼ਨ ਕੀ ਹੈ, ਜਾਨਾ ਕਿੱਧਰ ਪਿਆ, ਕੀ ਖਾਣਾ ਹੈ, ਕੀ ਤੂੰ ਪੀਣਾ ਹੈ, ਕਿੱਥੇ ਤੂੰ ਰਹਿ ਰਿਹਾ ਹੈ, ਤੇਰਾ ਜੀਵਨ ਸਟੈਂਡ ਕੀ ਕਰਦਾ ਹੈ। ਤੇ ਜੇ ਆਪਾਂ ਉਸ ਸਟੈਂਡ ਨੂੰ ਸਾਰੇ ਨੂੰ ਸਾਈਡ ਤੇ ਕਰ ਦਈਏ, ਉੱਥੇ ਮੇਰੇ ਘਰ ਜਾਵੇ 2 ਮਿੰਟ ਨਿੱਜਰ ਸਾਹਿਬ ਗੁਰਦੁਆਰੇ ਮੱਥਾ ਟੇਕੇ, ਤੇ ਕੀ ਸੱਚੀ ਇਹ ਵਧੀਆ ਚੀਜ਼ ਹੈ? ਆਪ ਨਹੀਂ, ਪਰਮਾਤਮਾ ਨੂੰ ਛੱਡ ਦਈਏ। ਆਪ ਜਸਟ ਮੈਂ ਤੁਹਾਡੇ ਨਾਲ ਸੰਗਤ ਜੀ ਗੱਲ ਕਰਦਾ, ਤੁਸੀਂ 92 ਸਰੀਰ ਬੈਠੇ ਜੋ, ਮੈਂ ਜਾਂਦਾ ਵਾਂ ਗੁਰਦੁਆਰੇ ਮੱਥਾ ਟੇਕਦਾ ਵਾਂ, ਬੜਾ ਵਧੀਆ 2 ਘੰਟੇ 2.5 ਘੰਟੇ ਸੇਵਾ ਕਰਦਾ, ਬੜੀ ਸੇਵਾ, ਬਹੁਤ। ਉੱਥੇ ਦਾਲ ਦੂਲ ਆਪਣੇ ਕੱਪੜਿਆਂ ਤੇ ਲਾ ਲੈਂਦਾ ਵਾਂ, ਬੜੀ ਸੇਵਾ ਕਰਦਾ। ਤੇ ਬਾਅਦ ਦੇ ਵਿੱਚ ਜਦੋਂ ਮੈਂ ਗੁਰਦੁਆਰੇ ਚੋਂ ਬਾਹਰ ਆਉਣਾ ਤੇ ਮੇਰਾ ਜੀਵਨ ਬਿਲਕੁਲ ਹੀ ਉਲਟਾ ਹੈ। ਕੋਈ ਬੁੱਧੀ ਨਹੀਂ ਹੈਗੀ, ਜੋ ਦਿਲ ਕੀਤਾ ਕੀਤਾ, ਜਿੱਧਰ ਦਿਲ ਕੀਤਾ ਗਿਆ ਵਾਂ। ਕਿਸੇ ਦਾ ਭਲਾ ਨਹੀਂ, ਕਿਸੇ ਨੂੰ ਖਿਮਾ ਨਹੀਂ, ਕਿਸੇ ਦਾ ਕੋਈ ਫਾਇਦਾ ਨਹੀਂ, ਕੇਵਲ ਆਪਣਾ ਹੀ ਫਾਇਦਾ। ਤੇ ਸੱਚੀ ਆਪ ਸੋਚਦੇ ਜੋ ਏਦਾਂ ਦਾ ਬਕਵਾਸ ਜੀਵਨ ਜਿਹੜਾ ਮੈਂ ਬਤੀਤ ਕਰ ਰਿਹਾ ਹਾਂ, ਔਰ ਪਰਮਾਤਮਾ ਉੱਥੇ ਬੜਾ ਖੁਸ਼ ਹੈ ਕਿ ਚਰਨਜੀਤ 2 ਮਿੰਟ ਮੱਥਾ ਟੇਕ ਕੇ ਗਿਆ ਤੇ ਬਹੁਤ ਵਧੀਆ ਕੰਮ ਕੀਤਾ। ਨਿਜਰ ਸਾਹਿਬ, ਤੁਸੀਂ ਸੋਚਦੇ ਜੋ ਪਰਮਾਤਮਾ ਏਦਾਂ ਖੁਸ਼ ਹੋਊਗਾ? ਨਾ, ਬਿਲਕੁਲ ਨਹੀਂ। ਪਰਮਾਤਮਾ ਤਾਂ ਕਹਿੰਦਾ ਹੈ ਕਿ ਸਾਰਾ ਕੁਝ ਦੇਖੋ ਮਾਲਕ ਦਾ ਹੈ, ਸਾਰਾ ਕੁਝ ਆਪਣੀ, ਪਰਮਾਤਮਾ ਤਾਂ ਨਹੀਂ। ਆ ਦੇਖੋ ਬਾਣੀ ਕਹਿੰਦੀ ਆ, ਕਹਿੰਦੀ ਦੇਖ ਸਾਰਾ ਕੁਝ ਮਾਲਕ ਦਾ ਹੈਗਾ, ਤੇਰਾ ਸਰੀਰ ਸ਼ੂਰ ਸਭ ਮਾਲਕ ਦਾ ਹੈਗਾ, ਇੱਕ ਚੀਜ਼ ਤੇਰੀ ਹੈਗੀ ਆ, ਉਹ ਕਹਿੰਦੀ ਆ ਬਾਣੀ, ਕਹਿੰਦੀ ਉਹ ਦੇ ਪਹਿਲਾਂ ਆਪਣੀ ਚੀਜ਼। ਤੇਰੀ ਹਉਮੈ ਜਿਹੜੀ ਆ ਝੂਠੀ ਹੈਗੀ ਹੈ ਭਾਈ। ਬਾਕੀ ਸਰੀਰ ਵੀ ਸੱਚਾ ਹੈ, ਸਾਰਾ ਕੁਝ ਹਵਾ ਪਾਣੀ ਸਭ ਸੱਚੇ ਹੈ ਮਾਲਕ ਦੇ। ਤੇਰੀ ਹਉਮੈ ਜਿਹੜੀ ਹੈਗੀ ਉਹ ਝੂਠੀ ਹੈ, ਫੋਕੀ ਹੈਗੀ। ਇਹਨੂੰ ਦੇ ਦੇਂਗਾ, ਜਿੱਤ ਜਾਏਗਾ ਗੇਮ। ਬਸ ਆਹੀ ਗੇਮ ਹੈ। ਤੇਰੀ ਪਛਾਣ ਹੀ ਜਿਹੜੀ ਹੈਗੀ ਹੈ, ਜਦੋਂ ਹਉਮੈ ਦੇਤੀ ਬਾਕੀ ਰਹਿ ਕੀ ਗਿਆ। ਹਾਂ ਠੀਕ ਹੈ ਜੀ ਨਜਰ ਸਾਹਿਬ, ਅੱਗੇ ਚੱਲੀਏ। ਸਭ ਤੋਂ ਵੱਡੀ ਹਉਮੈ ਵੀਰ ਜੀ ਕਿ ਮੈਂ ਕੁਛ ਜਾਣਦਾ, ਬਸ। ਸਭ ਤੋਂ ਵੱਡੀ ਹਉਮੈ ਇਹ ਕਿ ਮੈਨੂੰ ਕੁਛ ਪਤਾ ਹੈ, ਚਾਹੇ ਉਹ ਪਰਮਾਰਥ ਦਾ ਰਸਤਾ ਵੀ ਮੈਨੂੰ ਪਤਾ ਹੈ, ਮੈਨੂੰ ਗਿਆਨ ਹੈ। ਇਹੀ ਸਾਰਿਆਂ ਤੋਂ ਵੱਡੀ ਹਉਮੈ ਵੀਰ ਜੀ। ਹਰ ਚੀਜ਼ ਇਸ ਤੋਂ ਵੱਡੀ ਹਉਮੈ ਕੀ ਹੋ ਸਕਦੀ ਹੈ? ਗੁਰਬਾਣੀ ਤਾਂ ਫਿਰ ਬਾਹਰ ਦੀ ਗੱਲ ਕਰੇ ਜੀ, ਫਿਰ ਗੁਰਬਾਣੀ ਕਹਿੰਦੀ ਹੈ ਕਿ ਉਹ ਸਭ ਕੁਛ ਘਰਮ ਹੈ, ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਉਹ ਭਰਮ ਚ ਸਾਰੇ ਅਸੀਂ ਆਪਣੇ ਆਪ ਨੂੰ ਵਾਚੀਏ, ਹਨਾ ਜੀ। ਬਿਲਕੁਲ ਕਮਾਲ ਦਾ ਗਿਆਨ ਆ ਰਿਹਾ ਜੀ। ਮਹੱਲਾ ਪਹਿਲਾ। ਹੁਣ ਫਿਰ ਪਹਿਲੀ ਪਾਤਸ਼ਾਹੀ ਦਾ ਸ਼ਲੋਕ ਆ ਰਿਹਾ ਹੈ ਔਰ ਨਾਲ ਰਿਲੇਟਡ ਹੈਗਾ। ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੇ। ਕਹਿੰਦੇ ਇਨਸਾਨ ਕੀ ਕਰਦਾ ਹੈ? ਕਹਿੰਦਾ ਵਸਤਰ ਪਖਾਲ, ਸੋਹਣੇ ਸੋਹਣੇ ਕੱਪੜੇ ਜਿਹੜੇ ਹੈਗੇ, ਚੰਗੀ ਤਰ੍ਹਾਂ ਜਿਹੜੇ ਹੈਗੇ ਕੱਪੜੇ ਵੀ ਵਧੀਆ ਤਰੀਕੇ ਨਾਲ ਧੋ ਕੇ ਪ੍ਰੈਸ ਕਰਕੇ ਆਪਣੇ ਕੱਪੜੇ ਪਾਉਂਦਾ ਹੈ। ਉਹ ਬੀਬੀ ਗੁਰਪ੍ਰੀਤ ਮਾਈਕ ਬੰਦ ਕਰ ਦਿਓ, ਤੁਹਾਡਾ ਕੈਮਰਾ ਵੀ ਬੰਦ ਕਰ ਦਿਓ, ਹੁਣ ਲਗੇ ਹੱਥ। ਵਸਤਰ ਪਖਾਲ ਪਖਾਲੇ ਕਾਇਆ,
ਆਪੇ ਸੰਜਮ ਹੋਵੇ। ਕਹਿੰਦੇ ਵਧੀਆ ਕੱਪੜੇ ਧੋ ਕੇ ਪ੍ਰੈਸ ਕਰਕੇ ਸਾਰਾ ਕੁਝ, ਔਰ ਸਰੀਰ ਨੂੰ ਚੰਗੀ ਤਰ੍ਹਾਂ ਪਖਾਲਣਾ, ਕਹਿੰਦੇ ਚੰਗੀ ਤਰ੍ਹਾਂ ਜਿਹੜਾ ਹੈਗਾ ਨਹਾਉਣਾ ਧੋਣਾ, ਸਾਫ਼ ਸਫਾਈ ਕਰਨੀ, ਕਹਿੰਦੇ ਕਰਕੇ ਆਪੇ ਸੰਜਮ ਹੋਵੇ। ਕਹਿੰਦਾ ਬਈ ਮੈਂ ਤਾਂ ਹੋ ਗਿਆ ਹੁਣ, ਤਾਂ ਜਿਹੜਾ ਮੈਂ ਗੁਰਮੁਖ ਬਣ ਗਿਆ, ਮੈਂ ਤਾਂ ਬਿਲਕੁਲ ਰੱਬ ਦੇ ਨੇੜੇ ਹੋ ਗਿਆ, ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ। ਆਪੇ ਹੀ ਸਰਟੀਫਿਕੇਟ ਵੀ ਦੇ ਦਿੰਦਾ ਇਨਸਾਨ। ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ। ਮਹਾਰਾਜ ਕਹਿੰਦੇ ਅੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲ ਮਲ ਧੋਵੈ। ਕਹਿੰਦੇ ਅੰਦਰ ਮਨ ਨੂੰ ਲੱਗੀ ਹੋਈ ਮੈਲ ਦੇ ਬਾਰੇ ਕੋਈ ਗਿਆਨ ਹੀ ਨਹੀਂ ਹੈਗਾ। ਉਹ ਤਾਂ ਇੰਨੀ ਹਉਮੈ ਸਿਖਰ ਦੇ ਉੱਤੇ, ਟੀਸੀ ਦੇ ਉੱਤੇ ਹਉਮੈ ਹੈਗੀ ਆ, ਔਰ ਜਿਹੜਾ ਹੈਗਾ ਅਗਲਿਆਂ ਨੂੰ ਜਿਹੜਾ ਹੈਗਾ ਢਾਹ ਕੇ ਮਾਰ ਰਿਹਾ ਹੈ, ਔਰ ਆਪਣੇ ਅੱਗੇ ਕਿਸੇ ਨੂੰ ਜਿਹੜਾ ਹੈਗਾ ਸਮਝਦਾ ਨਹੀਂ ਹੈਗਾ। ਔਰ ਬਾਹਰੋਂ ਕਹਿੰਦੇ ਆ ਮੈਲ ਜਿਹੜੀ ਹੈਗੀ ਬਾਹਰੋਂ ਵਧਾ ਲਿਆ, ਲਿਸ਼ਕ ਪੁਸ਼ਕ ਬਣਿਆ ਹੋਇਆ, ਬਿਲਕੁਲ ਬਣਾਇਆ ਹੋਇਆ ਉਹਨੇ ਆਪਣਾ ਜਿਹੜਾ ਹੈਗਾ। ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲ ਮਲ ਧੋਵੇ। ਕਹਿੰਦੇ ਭਾਈ ਇਹ ਤਾਂ ਅੰਨਾ ਹੈਗਾ, ਅੰਧਾ ਭੂਲ ਪਿਆ ਜਮ ਜਾਲੇ। ਕਹਿੰਦਾ ਇਹ ਤਾਂ ਭੁੱਲਿਆ ਹੋਇਆ ਭਾਈ ਅੰਨਾ ਹੈਗਾ, ਭਾਈ ਗਲਤ ਰਸਤੇ ਤੇ ਜਾ ਰਿਹਾ ਹੈ, ਬਹੁਤ ਗਲਤ ਰਸਤੇ ਤੇ ਜਾ ਰਿਹਾ। ਇਹ ਤਾਂ ਜਮ ਦੀ ਜਾਲੀ ਦੇ ਵਿੱਚ ਫਸਿਆ ਪਿਆ ਹੈ ਭਾਈ, ਇਹ ਤਾਂ ਜੂਨਾਂ ਦੇ ਵਿੱਚ ਜਾਣ ਦੀ ਤਿਆਰੀ ਖਿੱਚ ਲਈ ਹੈ ਇਹਨੇ ਪੂਰੀ ਦੀ ਪੂਰੀ। ਅੰਧਾ ਭੂਲ ਪਿਆ ਜਮ ਜਾਲੇ, ਵਸਤ ਪਰਾਈ ਆਪਣੀ ਕਰ ਜਾਣੇ, ਹਉਮੈ ਵਿੱਚ ਦੁੱਖ ਘਾਲੇ। ਕਹਿੰਦੇ ਸਾਰਾ ਕੁਝ ਮਾਲਕ ਦਾ ਹੈਗਾ, ਮਾਲਕ ਦਾ ਹੈ ਸਾਰਾ ਚੀਜ਼, ਈਵਨ ਸਰੀਰ ਵੀ ਮਾਲਕ ਦਾ ਹੈਗਾ, ਆਪਣੇ ਸਮਝੀ ਬੈਠਾ ਹੈ। ਇੰਨੀ ਹਉਮੈ, ਕਹਿੰਦੇ ਹਉਮੈ ਦੇ ਵਿੱਚ ਕਹਿੰਦੇ ਦੁੱਖ ਦੇ ਵਿੱਚ ਘਾਲਣਾ ਕਰੀ ਜਾ ਰਿਹਾ ਹੈ, ਬਸ ਦੁੱਖ ਦੇ ਵਿੱਚ ਘਾਲਣਾ ਕਰੀ ਜਾ ਰਿਹਾ। ਵਸਤ ਪਰਾਈ ਆਪਣੀ ਕਰ ਜਾਣੇ, ਹਉਮੈ ਵਿੱਚ ਦੁੱਖ ਘਾਲੇ। ਨਾਨਕ ਗੁਰਪ੍ਰੀਤ ਜੀ ਤੁਸੀਂ ਆਪਣਾ ਪਲੀਜ਼ ਬੰਦ ਕਰ ਦਿਓ ਆਪਣਾ ਕੈਮਰਾ, ਕਾਹਦੇ ਲਈ ਘੁਮਾ ਰਹੇ ਹੋ ਗੁਰਪ੍ਰੀਤ। ਵਸਤ ਪਰਾਈ ਆਪਣੀ ਕਰ ਜਾਣੇ, ਹਉਮੈ ਵਿੱਚ ਦੁੱਖ ਘਾਲੇ। ਕਹਿੰਦੇ ਪਰਾਈ ਵਸਤੂ ਨੂੰ ਜਿਹੜੇ ਹੈਗੇ ਆਪਣੀ ਸਮਝਦਾ ਹੈ, ਹਰ ਚੀਜ਼ ਮਾਲਕ ਪਰਮਾਤਮਾ ਦੀ ਹੈਗੀ, ਇਹ ਸਮਝਦਾ ਹੈ ਮੇਰੀ ਹੈਗੀ ਆ। ਆਪਣਾ ਚਲ ਸਰੀਰ ਹੈਗਾ, ਇਹਨੂੰ ਸਮਝਦਾ ਆਪਣੀ ਘਰ, ਬਾਕੀ ਦੂਜਿਆਂ ਦੇ ਉੱਤੇ ਵੀ ਨਜ਼ਰ ਰੱਖ ਰਿਹਾ ਹੈ, ਦੂਜਿਆਂ ਦੀ ਪਰਾਈ ਚੀਜ਼ ਨੂੰ ਵੀ ਜਿਹੜਾ ਹੈਗਾ ਉਹਨੂੰ ਵੀ ਖਿੱਚਣ ਦੀ ਕੋਸ਼ਿਸ਼ ਕਰ ਰਿਹਾ। ਕਹਿੰਦੇ ਆ ਹਉਮੈ ਇਹਦੇ ਦੁੱਖ ਦੇ ਨਾਲ ਸੜੀ ਜਾ ਰਿਹਾ ਇਹਦਾ ਜੀਵਨ ਜਿਹੜਾ ਹੈਗਾ, ਮਨੁੱਖੀ ਜੂਨ ਜਿਹੜੀ ਹੈਗੀ, ਮਨੁੱਖੀ ਇਹ ਸਵਾਸ ਜਿਹੜੇ ਹੈ, ਇਹ ਉਮਰ ਜਿਹੜੀ ਹੈਗੀ ਇਸ ਤਰੀਕੇ ਦੇ ਨਾਲ ਆਪ ਹੀ ਜਿਹੜਾ ਇਹਨੂੰ ਸਾੜੀ ਜਾ ਰਿਹਾ। ਨਾਨਕ ਗੁਰਮੁਖ ਹਉਮੈ ਟੁੱਟੈ, ਤਾਂ ਹਰ ਹਰ ਨਾਮ ਧਿਆਵੈ। ਕਹਿੰਦੇ ਜੇ ਕਿਤੇ ਗੁਰੂ ਦੇ ਰਾਹੀਂ, ਬ੍ਰਹਮ ਗਿਆਨ ਦੇ ਰਾਹੀਂ, ਗੁਰੂ ਦੀ ਮੱਤ ਦੇ ਦੁਆਰਾ, ਇਹ ਸ਼ਬਦ ਦੀ ਵਿਚਾਰ ਦੇ ਦੁਆਰਾ ਕਿਤੇ ਇਹਨੂੰ ਪਤਾ ਲੱਗ ਜਾਏ ਇਸ ਗੱਲ ਦਾ, ਆਪਣੀ ਹਉਮੈ ਕਿਤੇ ਟੁੱਟ ਜਾਏ ਇਹਦੀ, ਤੇ ਕਿਤੇ ਕਹਿੰਦੇ ਧਿਆਨ ਦੇ ਵਿੱਚ ਚਲੇ ਜਾਏਗਾ ਇਨਸਾਨ, ਉਹਦਾ ਧਿਆਨ ਲੱਗ ਜਾਏਗਾ। ਜਦ ਤੱਕ ਆਪਣੀ ਹੋਂਦ ਹੈਗੀ ਤਦ ਤੱਕ ਧਿਆਨ ਨਹੀਂ ਲੱਗੇਗਾ, ਜਦ ਤੱਕ ਧਿਆਨ ਨਹੀਂ ਲੱਗੇਗਾ ਤਦ ਤੱਕ ਗੇਮ ਚੋਂ ਬਾਹਰ ਨਹੀਂ ਹੋ ਸਕਦੇ। ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਕੂਜਲੇ ਕੇਤੀ ਛੁੱਟੀ ਨਾਲ। ਫਿਰ ਕੀ ਕਰੇ? ਨਾਮ ਜਪੇ ਨਾਮੋ ਆਰਾਧੇ, ਨਾਮੇ ਸੁਖ ਸਮਾਵੈ। ਹੁਣ ਦੇਖੋ ਜਪੇ ਲਿਖਿਆ ਆ, ਆਰਾਧੇ ਲਿਖਿਆ। ਆਰਾਧਨਾ ਮਤਲਬ ਹੁੰਦਾ ਸਿਮਰਨ, ਸਮਰਨ। ਕਹਿੰਦੇ ਆਹ ਕੰਮ ਕਰਦਾ ਜਾਏ ਤੇ ਹਉਮੈ ਚਲੀ ਜਾਏਗੀ ਤੇ ਧਿਆਨ ਦੇ ਵਿੱਚ ਚਲੇ ਜਾਏਗਾ, ਉੱਪਰਲੀ ਤੁਕ ਆ ਜਾਏਗੀ। ਨਾਨਕ ਗੁਰਮੁਖ ਹਉਮੈ ਟੁੱਟੈ, ਤਾਂ ਹਰ ਹਰ ਨਾਮ ਧਿਆਵੈ। ਇਹ ਜਿਹੜਾ ਹੈਗਾ ਪਹਿਲਾਂ ਜਪਣਾ ਹੈ, ਫਿਰ ਜਿਹੜਾ ਹੈ ਸਮਰਨ ਹੈ, ਫਿਰ ਜਿਹੜਾ ਹੈਗਾ ਧਿਆਨ ਹੈਗਾ। ਧਿਆਨ ਲੱਗ ਗਿਆ, ਸਮਾਧੀ ਲੱਗ ਗਈ। ਕਹਿੰਦੇ ਉਹ ਸਮਾਧੀ ਤਾਂ ਲੱਗੂਗੀ ਜੇ ਹਉਮੈ ਤੇਰੀ ਵਰਕਆਊਟ ਹੋ ਜਾਏਗੀ। ਹਉਮੈ ਜਾਏਗੀ ਤਾਂ ਜੇ ਜਿਹੜਾ ਹੈਗਾ ਜਿਸ ਸਮਰਨ ਕਰੇਗਾ, ਤੈਨੂੰ ਸੁਣਨ ਦੇ ਵਿੱਚ ਬੈਠਣਾ ਤੇ ਯਾਦ ਰਹੇਗਾ, ਤੈਨੂੰ ਤੇ ਆਪਣੇ ਵਿਚਾਰ ਛੱਡਣੇ ਯਾਦ ਰਹਿਣਗੇ। ਤੇ ਨਾਮ ਜਪੇ ਦਾ ਮਤਲਬ ਜੇ ਤੈਨੂੰ ਪਤਾ ਹੈ ਵੀ ਗੁਪਤ ਨਾਮ ਦੇਹੀ ਦੇ ਅੰਦਰ ਹੈ, ਉਹਨੂੰ ਪ੍ਰਗਟ ਕਰਨਾ ਹੈ, ਔਰ ਉਹ ਨਾਮ ਪ੍ਰਗਟ ਹੋਏਗਾ ਜੇ ਆਪਾਂ ਵਿਚਾਰ ਬੰਦ ਕਰਾਂਗੇ ਤੇ ਹਉਮੈ ਜਾਏਗੀ ਤੇ ਧਿਆਨ ਲੱਗੇਗਾ। ਬਿਲਕੁਲ ਇੱਕ ਦੂਸਰੇ ਦੇ ਨਾਲ ਲਿੰਕ ਹੈਗਾ ਸਾਰਾ ਦਾ ਸਾਰਾ ਸਿਸਟਮ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਫੇਰ ਤੁਕ ਦੇਖੋ ਉੱਪਰਲੀ। ਵਸਤਰ ਪਖਾਲ ਉਹਨੇ ਜੈਸਾ ਹਾਂ ਬੋਲ ਦੋ। ਵਸਤਰ ਪਖਾਲ ਪਖਾਲੇ ਕਾਇਆ, ਆਪੇ ਸੰਜਮ ਹੋਵੇ। ਆਪੇ ਹੀ ਸਰਟੀਫਿਕੇਟ ਦੇ ਰਿਹਾ ਭਾਈ,
ਖਾਲੀ ਕੱਪੜੇ ਧੋ ਕੇ ਪਾ ਲਏ ਤੇ ਸਰੀਰ ਨੂੰ ਨਹਾ ਲਿਆ ਧੋ ਲਿਆ। ਪਰ ਨਿੱਜਾ ਸਾਹਿਬ ਨਾਨਕ ਪਾਤਸ਼ਾਹ ਤੇ ਏਦਾਂ ਨਹੀਂ ਕਹਿ ਰਹੇ, ਉਹ ਕਹਿ ਰਹੇ ਕਿ ਕੋਈ ਭਲਾ ਕਹੇ ਕੋਈ ਬੁਰਾ ਕਹੇ। ਹਮ ਤਾਂ ਉਹ ਕਹਿੰਦੇ ਆ ਕਿ ਮੈਨੂੰ ਹਾਂਜੀ ਹਾਂਜੀ ਬਿਲਕੁਲ ਕੋਈ ਮੈਨੂੰ ਕਹੀ ਜਾਂਦਾ ਹੈ, ਕੋਈ ਕਹਿੰਦੇ ਆ ਕਿ ਇਹ ਕੁਰਾਈ ਹੈ, ਕੋਈ ਕਹਿੰਦੇ ਪੂਤਨਾ। ਉਹ ਪਰ ਤਾਂ ਉਹ ਕਹਿੰਦੇ ਕਿ ਮੈਨੂੰ ਕਿਸੇ ਦੀ ਸਟੇਟਮੈਂਟ ਦੀ ਲੋੜ ਨਹੀਂ ਆ। ਪਰ ਸਾਡੀ ਬੜੀ ਪ੍ਰੋਬਲਮ ਹੈ ਨਿੱਜਾ ਸਾਹਿਬ, ਸਾਨੂੰ ਸੰਸਾਰਿਕ ਸਟੇਟਮੈਂਟ ਨਾ ਮਿਲੇ ਸਾਨੂੰ ਚੈਨ ਨਹੀਂ ਆਉਂਦਾ। ਬਿਲਕੁਲ ਸੰਸਾਰੀ ਔਰ ਆਪਣੀ ਸਟੇਟਮੈਂਟ ਤਾਂ ਆਪਾਂ ਪਹਿਲਾਂ ਹੀ ਦੇ ਲੈਂਦੇ ਹਾਂ, ਆਪਣੇ ਆਪ ਨੂੰ ਤਾਂ ਪਹਿਲਾਂ ਹੀ ਜਿਹੜਾ ਕਹਿੰਦੇ ਮੇਰੇ 'ਚ ਤਾਂ ਕੋਈ ਡਿਫੈਕਟ ਹੀ ਨਹੀਂ ਹੈ, ਮੈਂ ਤਾਂ ਬਿਲਕੁਲ ਸਹੀ ਹਾਂ। ਪਰ ਨਿੱਜਾ ਸਾਹਿਬ ਉਹ ਸਟੇਟਮੈਂਟ ਲੈਣ ਵਾਲਾ ਵੀ ਤੇ ਇਹੋ ਸੋਚਦਾ ਨਾ, ਉਹ ਤੇ ਕਹਿੰਦਾ ਮੈਂ ਤਾਂ ਚੰਗਾ ਭਲਾ, ਸਾਰੇ ਤੇ ਕਹਿੰਦੇ ਚਰਨਜੀਤ ਬੜਾ ਵਧੀਆ ਬੰਦਾ। ਪਰ ਬਾਣੀ ਕਹਿੰਦੀ ਉਹ ਤੂੰ ਸੰਸਾਰ ਤੇ ਤੈਨੂੰ ਕੀਤਾ ਤੇਰੀ ਜਿਹੜੀ ਤਸਵੀਰ ਆ ਕੀਤਾ ਕੀ ਵੇਖਣ ਦੇ, ਜੋ ਤੂੰ ਦਿਖਾ ਰਿਹਾ ਜੋ ਤੂੰ ਹੈ ਨਹੀਂ। ਹਾਂ ਹੁਣ ਤੁਹਾਨੂੰ ਵੀ ਪਤਾ ਕਿ ਕਈ ਵਾਰੀ ਆਪਾਂ ਆਪਣੀ ਬੁਰਾਈ ਨੂੰ ਲੁਕਾਉਣ ਦੇ ਲਈ ਉੱਥੇ ਕੋਈ ਏਦਾਂ ਦਾ ਮੇਕਅਪ ਵੀ ਕਰ ਲੈਂਦੇ ਆ, ਕੋਈ ਚੀਜ਼ ਕਰ ਲੈਂਦੇ ਆ, ਜਦ ਕਿ ਲੋਕਾਂ ਨੂੰ ਨਹੀਂ ਪਤਾ ਲੱਗਿਆ ਕਿ ਇਹ ਕੀ ਹੈ, ਪਰ ਸਾਨੂੰ ਪਤਾ ਹੈ। ਬਾਣੀ ਵੀ ਉਹ ਕਹਿੰਦੀ ਆ ਜਿਹੜੀ ਚੀਜ਼ ਤੂੰ ਚੰਗੇ ਲਫ਼ਜ਼ਾਂ ਨਾਲ ਚੰਗੇ ਕੱਪੜਿਆਂ ਨਾਲ ਕਵਰ ਕਰ ਰਿਹਾ ਨਾ ਸੱਜਣਾ, ਉਹਨੂੰ ਉਹਦੇ ਬਾਰੇ ਤੈਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ, ਤਾਂ ਹੀ ਉਹਦਾ ਇਲਾਜ ਹੋਊਗਾ। ਪਰ ਤੂੰ ਪਤਾ ਕੀ ਕਰ ਰਿਹਾ, ਤੂੰ ਕੱਪੜੇ ਧੋ ਰਿਹਾ, ਤਨ ਨੂੰ ਧੋਈ ਜਾ ਰਿਹਾ। ਠੀਕ ਹੈ, ਨਹਾਉਣਾ ਕੋਈ ਮਾੜੀ ਚੀਜ਼ ਨਹੀਂ ਆ, ਪਰ ਕੇਵਲ ਤੇਰੇ ਜੀਵਨ ਦਾ ਮਕਸਦ ਨਹਾਉਣਾ ਤੇ ਕੱਪੜੇ ਧੋਣਾ ਨਾ ਹੋ ਜੇ। ਸਾਫ਼ ਸੁਥਰੇ ਕੱਪੜੇ ਪਾਉਣੇ ਆ। ਕਈ ਵੇਖੇ ਨਾ ਚਿੱਟੇ, ਮੈਂ ਦੱਸਿਆ ਤੁਹਾਨੂੰ ਚਿੱਟੇ ਕੱਪੜੇ ਪਾਉਂਦੇ ਨੇ ਉਹ, ਤੇ ਉਹ ਚਿੱਟੇ ਕੱਪੜੇ ਪਾ ਕੇ ਆਪਣੇ ਆਪ ਨੂੰ ਧਾਰਮਿਕ ਸਮਝੀ ਜਾ ਰਹੇ ਆ ਕਿ ਅਸੀਂ ਬੜੇ ਧਾਰਮਿਕ ਆ। ਸੱਚੇ ਪਾਤਸ਼ਾਹ ਬਾਬਾ ਜੀ ਹੈਗੇ ਨੇ, ਉਹ ਕਹਿੰਦੇ ਚਿੱਟੇ ਕੱਪੜੇ ਪਾਓ ਬਈ, ਠੀਕ ਹੀ ਠੀਕ। ਉੱਥੇ ਜਾ ਕੇ ਉੱਥੇ ਉਹ ਹੁਣ ਪਤਾ ਨੀ ਕੀ ਬਾਬਾ ਕੀ ਬੋਲਦਾ, ਉੱਥੇ ਜੋ ਬੋਲਦੇ ਨੇ ਉਹ ਸੁਣ ਕੇ ਤੇ ਬੰਦਾ ਉੱਥੇ ਫੀਲਿੰਗ ਲਈ ਜਾਂਦਾ ਹੈ ਕਿ ਮੈਂ ਬਸ ਨਾਮ ਲੈ ਲਿਆ, ਬਾਬਾ ਜੀ ਕਹਿੰਦੇ ਚਿੱਟੇ ਕੱਪੜੇ ਪਾਓ, ਚਿੱਟੇ ਪਾ ਲਏ ਆ। ਪਾਠ ਉਹਨਾਂ ਜੋ ਕਿ ਦਿੰਦੇ ਨੇ ਆਪਾਂ ਜਾ ਕੇ ਘਰੇ ਪੜ੍ਹਦੇ ਹਾਂ, ਪਰ ਬਾਣੀ ਤੇ ਮਨਾ ਕਰ ਰਹੀ ਸਭ ਕੁਛ। ਫਿਰ ਕਹਿੰਦੇ ਆ ਕਿ ਆਪੇ ਸੰਜਮ ਹੋਵੇ, ਆਪਣੇ ਆਪ ਨੂੰ ਧਾਰਮਿਕ ਸਮਝ ਲਿਆ ਭੋਲਿਆ ਇਹ ਕੀ ਹੈ। ਤੂੰ ਕਿਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਕਿਸੇ ਗ੍ਰੰਥ ਦੀ ਲੈ ਲੈਂਦਾ ਸਟੇਟਮੈਂਟ ਤੇ ਠੀਕ ਤੂੰ ਧਾਰਮਿਕ ਬਣ ਜਾਂਦਾ, ਪਰ ਤੂੰ ਖੁਦ ਨੂੰ ਹੀ ਡਿਕਲੇਅਰ ਕਰਦਾ ਕਿ ਮੈਂ ਧਾਰਮਿਕ ਹਾਂ। ਬਿਲਕੁਲ ਆਪਣੀ ਸਟੇਟਮੈਂਟ ਕਿਸੇ ਆਪਾਂ ਜਾਂਦੇ ਆ ਨਾ, ਆਪਾਂ ਨੋਟਰੀ ਟੈਸਟ ਕਰਾਉਂਦੇ ਆ ਜਾਂ ਮੈਜਿਸਟ੍ਰੇਟ ਕੋਲ ਸਰਟੀਫਿਕੇਟ ਲੈਂਦੇ ਆ, ਉਹ ਕਹਿੰਦੇ ਗਿਆ ਹੀ ਨਹੀਂ ਤੂੰ। ਆਪਣੇ ਆਪ ਨੂੰ ਡਿਕਲੇਅਰ ਕਰਤਾ ਕਿ ਮੈਂ ਧਾਰਮਿਕ ਹਾਂ। ਕਿੱਦਾਂ ਕਿ ਮੈਂ ਨਹਾਉਣਾ ਵਾ, ਮੈਂ ਕੱਪੜੇ ਸਾਫ਼ ਸੁਥਰੇ ਪਾਉਣਾ, ਠੀਕ ਹੈ ਜੀ, ਕਰਮ ਕਾਂਡੀ। ਕਹਿੰਦੇ ਅੰਦਰ ਮੈਲ ਲੱਗੀ ਨਹੀਂ ਜਾਣੇ ਬਾਹਰ ਮਲ ਧੋਵੇ। ਤੂੰ ਅੰਦਰ ਦੀ ਮੈਲ ਤੇ ਤੈਨੂੰ ਪਤਾ ਨਹੀਂ ਹੈ, ਤੂੰ ਬਾਹਰ ਦੀ ਮੈਲ ਧੋ ਕੇ ਤੇ ਤੂੰ ਆਪਣੇ ਆਪ ਨੂੰ ਧਾਰਮਿਕ ਕਹਿ ਰਿਹਾ। ਇਹ ਚ ਪ੍ਰੋਬਲਮ ਹੈ, ਇਹ ਕਾਫੀ ਔਖਾ ਕੰਮ ਹੈ। ਹਾਂਜੀ ਫਿਰ ਨਜਰ ਸਾਹਿਬ ਅਗਲੀ ਤੋਂ ਬੋਲੋ। ਅੰਧਾ ਭੂਲ ਪਿਆ ਜਮ ਜਾਲੇ, ਕਹਿੰਦੇ ਅੰਨਾ ਭਾਈ ਅੰਨਾ ਬੰਦਾ ਜਿਹੜਾ ਭੂਲ ਭੁਲੇਆ ਚ ਪੈ ਗਿਆ ਆ, ਜਮ ਦੀ ਜਾਲੀ ਚ ਪੈ ਗਿਆ ਆ ਭਾਈ। ਜਮ ਨੇ ਜਾਲ ਪਾ ਲਿਆ ਇਹਦੇ ਉੱਤੇ, ਜੂਨਾਂ ਚ ਵਿੱਚ ਲੈ ਕੇ ਜਾਊਗਾ ਇਹਨੂੰ। ਹਾਂਜੀ ਵੀਰ ਜੀ ਆਓ ਅੰਧਾ ਨਹੀਂ ਕਹਿੰਦੇ, ਕਹਿੰਦੇ ਅੰਧਾ ਅੰਨਾ। ਬਿਲਕੁਲ ਕਹਿੰਦਾ ਤੂੰ ਜੋ ਵੀ ਇਹ ਕੰਮ ਕਰ ਰਿਹਾ ਨਾ, ਉਹਦਾ ਜਿਹੜਾ ਪ੍ਰਣਾਮ ਨਿਕਲੇਗਾ, ਰਿਜ਼ਲਟ ਨਿਕਲੇਗਾ, ਉਹ ਏਡਾ ਵਧੀਆ ਨਹੀਂ। ਉਹ ਜਮਦੂਤ ਕੋਲ ਜਾਣ ਦਾ ਅਰੇਂਜਮੈਂਟ ਕਰ ਰਿਹਾ, ਉਹ ਬਿਲਕੁਲ ਕਰ ਰਿਹਾ ਜੀ, ਬਿਲਕੁਲ ਕਰ ਰਿਹਾ। ਉਹ ਕਹਿੰਦੇ ਉਹ ਸਪਨੀ ਹੈ ਜਿਹੜੀ ਆਪਣੇ ਬੱਚੇ ਨੂੰ ਖਾ ਰਹੀ ਹੈ। ਤੇ ਕਹਿੰਦਾ ਇਹ ਬੰਦਾ ਉਹ ਆ ਜਿਹੜਾ ਆਪਣੇ ਸਵਾਸਾਂ ਨੂੰ ਖਾ ਰਿਹਾ ਹੈ। ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਨਾ ਕਿ ਇੱਕ ਸਪਨੀ ਸੀ, ਸਪਨੀ ਹੁੰਦੀ ਆ, ਕਹਿੰਦੇ ਆਪਣੇ ਬੱਚਿਆਂ ਨੂੰ ਖਾ ਲੈਂਦੀ ਆ। ਤੇ ਮੈਂ ਨਰਿੰਦਰ ਜੀ ਮਾਈਕ ਤੁਹਾਡਾ ਆਨ। ਹਾਂ ਤੇ ਮੈਂ ਸੋਚਦਾ ਚਲ ਸਪਨੀ ਤੇ ਖਾਂਦੀ ਕਿ ਨਹੀਂ ਖਾਂਦੀ, ਉਹ ਤੇ ਕਿੰਨੇ ਵੇਖਿਆ ਨਹੀਂ। ਅਸੀਂ ਵੀ ਏਦਾਂ ਦੇ ਸੱਪ ਆ, ਅਸੀਂ ਵੀ ਆਪਣਾ ਜੀਵਨ ਖਾ ਲੈਂਦੇ ਹਾਂ। ਸਹੀ ਹੈ ਨਜਰ ਸਾਹਿਬ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਹਾਂ ਉਹ ਇਹੋ ਹੀ ਆਪਣਾ ਸਮਾਂ ਬੰਦਾ ਆਪਣੇ ਆਪ ਨੂੰ ਧੋਖਾ ਦਿੰਦਾ ਰਹਿੰਦਾ। ਤੇ ਕਹਿੰਦੇ ਫਿਰ ਅਗਲੇ ਬੰਨੇ ਬਾਣੀ ਵੇਖੋ ਕੀ ਕਹਿ ਰਹੀ ਹੈ। ਕਹਿੰਦੇ ਆ ਕਿ ਵਸਤੂ ਪਰਾਈ ਆਪਣੀ ਕਰ ਜਾਣੇ, ਤੈਨੂੰ ਪਤਾ ਵੀ ਹੈ ਕਿ ਵਸਤੂ ਮੇਰੀ ਨਹੀਂ ਆ, ਤੇ ਤੂੰ ਆਪਣੀ ਕਹਿੰਦਾ ਮੇਰੀ ਸਮਝ ਲੈ, ਮੇਰੀ ਹੈ। ਏਦਾਂ ਕਰਦੇ ਇਨਸਾਨ ਜੀ, ਏਦਾਂ ਕੀ ਬੰਦੇ ਕੀ ਦੇਸ਼ ਏਦਾਂ ਕਰਦੇ ਆ। ਬਿਲਕੁਲ ਦੂਜੇ ਦੀ ਚੀਜ਼ ਨੂੰ ਖਾ ਲੈਂਦੇ। ਇੱਥੇ ਮੈਂ ਵੇ ਨਾ ਔਰ ਗੋਰਖੀ ਸਾਹਿਬ ਜੀ ਪਤਾ ਨਹੀਂ ਹਾਂ ਆਪਣੀ ਤੇ ਮਹਾਰਾਜ ਤਾਂ ਕਹਿੰਦੇ ਤੇਰਾ ਤਾਂ ਆ ਸਰੀਰ ਜਿਹਨੂੰ ਤੂੰ ਮੈਂ ਕਹਿ ਰਿਹਾ ਇਹ ਵੀ ਤੇਰਾ ਨਹੀਂ ਹੈਗਾ, ਇਹ ਵੀ ਮਾਲਕ ਦਾ ਹੈਗਾ, ਇਹ ਵੀ ਪਰਾਈ ਹੈ, ਮਾਲਕ ਦੀ ਹੈ। ਤੂੰ ਕਿਸ ਤਰ੍ਹਾਂ ਜਿਹੜਾ ਇਹਦੇ ਉੱਤੇ ਦਾਵਾ ਕਰੀ ਜਾ ਰਿਹਾ?
ਇਹਦੇ ਉੱਤੇ ਵੀ ਕਹਿੰਦੇ ਦਾਅਵਾ ਕਿੱਦਾਂ ਕਰ ਰਹੇ। ਇੱਥੇ ਵੇਖੋ ਕਾਰਪੋਰੇਸ਼ਨ ਦੀ ਜਗ੍ਹਾ ਵਾ, ਉਹ ਏਦਾਂ ਕਰਦੇ ਕਿ ਇੱਥੇ ਆਮ ਹੀ ਕਿਸਾਨ ਦੀ ਜਗ੍ਹਾ ਨੂੰ ਪਹਿਲਾਂ ਐਕਵਾਇਰ ਕਰ ਲੈਂਦੇ ਆ, ਫਿਰ ਮਹਿੰਗੇ ਮਹਿੰਗੇ ਪਲਾਟ ਵੇਚਦੇ ਆ। ਉਹ ਕਿਸਾਨ ਨੂੰ ਤਾਂ ਕੁਝ ਵੀ ਨਹੀਂ ਮਿਲਦਾ, ਜਿਹਦੀ ਪੈਲੀ ਹੁੰਦੀ ਹੈ ਬਸ ਉਹ ਚਿਹਰਾ ਧੱਕੇ ਖਾਂਦਾ ਫਿਰਦਾ ਨਾ। ਤੇ ਆਪ ਜਸਟ ਸੋਚੋ ਕਿ ਇਹ ਲੋਕ ਕਿੱਡੇ ਖਤਰਨਾਕ ਲੋਕ ਨੇ, ਆਪਣੇ ਹੱਕ ਤੇ ਬਹਿੰਦੇ ਨਹੀਂ, ਉਹ ਪਰਾਈ ਤੇ ਹੀ ਕਬਜ਼ਾ ਕਰ ਲੈਂਦੇ। ਉਹ ਸੈਨ ਸੁਣ ਕਰਾ ਲੈਂਦੇ, ਉਹ ਕਹਿੰਦੇ ਗਵਰਨਮੈਂਟ ਹੈ। ਉਹ ਵਿਚਾਰਾ ਕੀ ਲੜੂ, ਕਿੱਥੇ ਜਾਊ? ਹੁਣ ਸ਼ਾਇਦ ਕਾਨੂੰਨ ਬਦਲ ਗਿਆ ਹੋਵੇ। ਨਹੀਂ ਬਦਲਦਾ ਗੋਲਕੀ ਸਾਹਿਬ, ਬਦਲਦਾ ਨਹੀਂ, ਨਾਂ ਲਾ ਦਿੰਦੇ ਇੰਪਰੂਵਮੈਂਟ ਟਰਸਟ। ਜੱਟ ਦੇ ਪੂਰੀ ਉਹ ਕਰ ਦਿੰਦੇ, ਰਗੜ ਦਿੰਦੇ ਜੱਟਾਂ ਨੂੰ। ਉਹਦੀ ਪੈਲੀ ਖੋਹ ਲੈਂਦੇ ਉਹ ਵਿਚਾਰਿਆਂ ਦੀ, ਤੇ ਫਿਰ ਉਹ ਕਹਿੰਦੇ ਇੰਪਰੂਵਮੈਂਟ ਕਾਹਦੀ ਕਰਨੀ? ਇੰਪਰੂਵਮੈਂਟ ਤਾਂ ਤੁਹਾਡੀ ਹੋ ਗਈ ਹੈ। ਏਦਾਂ ਹੀ ਲੋਕ ਕਹਿੰਦੇ ਪ੍ਰਾਈਜ਼ ਹੀ ਖੋਹ ਲੈਂਦੇ ਨੇ, ਲੋਕ ਸਰਕਾਰਾਂ ਖੋਹ ਲੈਂਦੀਆਂ ਵਾ। ਐਸੀਆਂ ਸਰਕਾਰਾਂ ਬੇਈਮਾਨ ਹੋ ਜਾਂਦੇ ਨੇ ਲੋਕ। ਬਾਣੀ ਕਹਿੰਦੇ ਪਰ ਜੋ ਵੀ ਖੋਹਦਾ ਚੰਗੀ ਚੀਜ਼ ਨਹੀਂ। ਬੇਵਕੂਫਾ, ਤੂੰ ਜਿਹੜੀ ਚੀਜ਼ ਖੋਲੀ ਹੈ ਨਾ ਬਹੁਤ ਮਾੜੀ ਚੀਜ਼ ਹੈ, ਇਹ ਕਰਕੇ ਖੋਹ ਨਾ। ਜਿਹੜਾ ਲੰਘ ਗਿਆ ਜੀਵਨ ਛੱਡ ਦੋ। ਸਾਧ ਸੰਗਤ ਜੀ, ਉਹਦੇ ਬਾਰੇ ਹੁਣ ਤੁਸੀਂ ਕੁਛ ਨਹੀਂ ਕਰ ਸਕਦੇ, ਉਹ ਤੇ ਹੋ ਗਿਆ। ਪਰ ਗਾਂ ਤੋਂ ਏਦਾਂ ਦਾ ਪੰਗਾ ਨਾ ਲਓ, ਬਾਣੀ ਤੇ ਸਮਝਾ ਰਹੀ ਹੈ। ਠੀਕ ਹੈ ਜੀ, ਕਿਉਂਕਿ ਉਹ ਪ੍ਰਮਾਤਮਾ ਦੇ ਘਰ 'ਚ ਜਿਹੜਾ ਵੀ ਜਾਂਦਾ ਹੈ, ਜੇ ਗਲਤੀ ਹੋ ਗਈ ਮਾਫ਼ ਹੋ ਜਾਂਦੀ। ਠੀਕ ਹੈ ਜੀ, ਕੱਲ ਜੋ ਬੀਤ ਗਿਆ ਉਹਦੇ ਬਾਰੇ ਹੁਣ ਕੁਛ ਨਹੀਂ ਕੀਤਾ ਜਾ ਸਕਦਾ। ਹੁਣ ਜਿਹੜਾ ਕੱਲ ਆਉਣ ਵਾਲਾ ਹੈ ਉਹਦੇ ਬਾਰੇ ਜ਼ਰੂਰ ਕੁਝ ਕੀਤਾ ਜਾ ਸਕਦਾ ਹੈ। ਉਹ ਤੁਹਾਡੇ ਕੋਲ ਟਾਈਮ ਹੈ। ਜਦੋਂ ਉੱਥੇ ਕਰਨਾ ਸ਼ੁਰੂ ਕੀਤਾ ਨਾ ਤਾਂ ਮਗਰਾ ਲੇਖ ਆਪਣੇ ਆਪ ਹੀ ਬਦਲ ਜਾਣਾ। ਹਾਂਜੀ ਨਜਰ ਸਾਹਿਬ, ਅਗਲੀ ਬੱਲੋ ਤੋਂ ਅੱਗੇ ਕਹਿੰਦੇ ਕਿ ਵੀ ਦੇਖੋ ਵੀ ਹਉਮੈ ਦੇ ਕਾਰਨ ਸਾਰਾ ਕੁਝ ਹੋ ਰਿਹਾ ਆ। ਤੇ ਅੱਗੇ ਨਾਨਕ ਗੁਰਮੁਖ ਹਉਮੈ ਟੁੱਟੈ, ਕਿ ਹਉਮੈ ਜਾਊਗੀ ਤੇ ਤੈਨੂੰ ਪਿਆਰਿਆ ਬ੍ਰਹਮ ਗਿਆਨ ਲੈਣਾ ਪਊਗਾ, ਗੁਰੂ ਦੀ ਮੱਤ ਲੈਣੀ ਪਊਗੀ। ਇਹਦੇ ਨਾਲ ਇਹਨੇ ਟੁੱਟਣਾ ਹੈ। ਜੇ ਗਿਆਨ ਲੈ ਕੇ ਕਮਾਈ ਕਰੇਗਾ ਗਿਆਨ ਦੀ, ਕਿ ਤਾਂ ਹਰ ਨਾਮ ਧਿਆਵੈ, ਧਿਆਨ 'ਤੇ ਜਾਏਗਾ ਤੇ ਤਾਂ ਤੇਰੇ ਅੰਦਰੋਂ ਡਿਲੀਟ ਵੱਜੇਗਾ, ਤਾਂ ਤੇਰੇ ਸੰਸਕਾਰ ਚੇਂਜ ਹੋਣਗੇ। ਔਰ ਧਿਆਨ 'ਚ ਜਾਣ ਵਾਸਤੇ ਨਾਮ ਜਪੇ, ਨਾਮੋ ਆਰਾਧੇ, ਨਾਮੇ ਸੁਖ ਸਮਾਵੇ। ਨਾਮ ਪਰਮੇਸ਼ਰ ਦਾ ਜਿਹੜਾ ਜਪਣਾ ਪਊਗਾ, ਨਾਮ ਨੂੰ ਆਰਾਧਨਾ ਪਊਗਾ। ਨਾਮ ਜਪਣਾ ਤੇ ਨਾਮ ਨੂੰ ਆਰਾਧਨਾ ਕੀ ਹੈ? ਨਾਮ ਆਪਣੇ ਅੰਦਰ ਗੁਪਤ ਹੈਗਾ। ਜਪਣਾ ਕੀ ਹੈ? ਬਈ ਚੇਤਾ ਰਹੇ ਆਪਾਂ ਨੂੰ ਬਈ ਮੈਂ ਨਾਮ ਤੱਕ ਪਹੁੰਚਣਾ ਹੈ। ਚੇਤਾ ਰਹੇ ਕਿ ਬਾਣੀ ਕਹਿੰਦੀ ਆ ਬਈ ਸੁਨ ਗੁਫਾ ਮੇ ਆਸਣ ਬੈਸਣ, ਕਲਪ ਵਿਵਰਜਿਤ ਪੰਥਾ। ਆਇਆ ਨਾਮ ਜਪਣਾ, ਆਇਆ ਨਾਮ ਨੂੰ ਆਰਾਧਨਾ। ਫਿਰ ਬਾਣੀ ਕਹਿੰਦੀ ਹੈ ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਆਇਆ ਨਾਮ ਨੂੰ ਜਪਣਾ ਤੇ ਆਰਾਧਨਾ, ਥਿਰ ਕਰਕੇ ਬੈਠਣਾ ਆ, ਵਿਚਾਰ ਆਪਣੇ ਬੰਦ ਕਰਨੇ ਆ। ਫਿਰ ਜੇ ਇਸ ਤਰ੍ਹਾਂ ਕਰਾਂਗੇ ਤੇ ਫਿਰ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਧਿਆਨ ਲੱਗੇਗਾ ਤੇ ਹਉਮੈ ਟੁੱਟ ਜਾਏਗੀ ਤੇ ਸੁਖੀ ਹੋ ਜਾਵਾਂਗੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਵਸਤੂ ਪਰਾਈ ਆਪਣੀ ਕਰ ਜਾਣੇ, ਹਉਮੈ ਵਿੱਚ ਦੁੱਖ ਕਾਲੇ। ਨਾਨਕ ਗੁਰਮੁਖ ਹਉਮੈ ਟੂਟੇ, ਤਾਂ ਹਰ ਹਰ ਨਾਮ ਤੇ ਆਵੇ। ਨਾਮ ਜਪੇ ਨਾਮੋ ਆਰਾਧੇ, ਨਾਮੇ ਸੁਖ ਸਮਾਵੇ। ਹਾਂ, ਉਹ ਕਹਿੰਦੇ ਨਾਮ ਨੂੰ ਜਪੋ, ਨਾਮ ਨੂੰ ਆਰਾਧਨਾ ਕਰੋ ਤੇ ਨਾਮ ਦੇ ਵਿੱਚ ਹੀ ਸੁੱਖ ਆ ਜਾਣਾ। ਉੱਪਰ ਕਹਿੰਦੇ ਗੁਰਮੁਖ ਹਉਮੈ ਸੰਗਤ ਕਰੋ ਗੁਰਬਾਣੀ ਦੀ, ਤੇ ਫਿਰ ਕੀ ਕਰੋ? ਸੰਗਤ ਕਰਕੇ ਫਿਰ ਕਹਿੰਦੇ ਆ ਫਿਰ ਧਿਆਓ, ਨਾਮ ਨੂੰ ਧਿਆਓ। ਓਦਾਂ ਧਿਆਓ ਜਿੱਦਾਂ ਬਾਣੀ 'ਚ ਲਿਖਿਆ। ਤੇ ਬਾਣੀ ਤੇ ਕਹਿਣ ਦੀ ਧਿਆਨ ਇਕਾਗਰ ਕਰੋ, ਬਸ ਫਿਰ ਟੁੱਟ ਜੂਗੀ ਹਉਮੈ। ਹਉਮੈ ਆਪੇ ਟੁੱਟ ਜਾਣੀ। ਜਦੋਂ ਤੁਹਾਡਾ ਧਿਆਨ ਇਕਾਗਰ ਹੋ ਗਿਆ ਨਾ, ਅਗਿਆਨ ਗੁਣ ਅਵਿਦਿਆ ਸਭ ਦੂਰ ਹੋ ਜਾਏਗੀ। ਤੁਸੀਂ ਕਹੋਗੇ ਏਦਾਂ ਕਿੱਦਾਂ ਹੋ ਜਾਊਗਾ? ਜਿੱਦਾਂ ਬਲਬ ਜਗਾਈਦਾ ਤੇ ਹਨੇਰਾ ਦੂਰ ਹੋ ਜਾਂਦਾ ਹੈ, ਉਸੇ ਤਰ੍ਹਾਂ ਜਦੋਂ ਤੁਸੀਂ ਨਾਮ ਦੀ ਸਾਧਨਾ ਕੀਤੀ, ਭਗਤੀ ਕੀਤੀ, ਜਿਹੜਾ ਭਰਮ ਆ, ਅਵਿਦਿਆ, ਅਗਿਆਨ ਆ, ਉਹ ਜਿਹੜਾ ਦੂਰ ਹੋ ਜਾਏਗਾ। ਫਿਰ ਹਾਲ ਤੇ ਹਨੇਰੇ ਦੇ ਲਈ ਆਪਾਂ ਪਤਾ ਕੀ ਕਰ ਰਹੇ ਹਾਂ? ਆਪਾਂ ਪਾਣੀ ਰੋੜ ਰਹੇ ਹਾਂ, ਉੱਥੇ ਕਮਰੇ ਸਾਫ਼ ਸੁਥਰੇ ਕੱਪੜੇ ਰੱਖੀ ਜਾਂਦੇ ਆ, ਪਰ ਉਹ ਤੇ ਅਲੱਗ ਮੈਟਰ ਆ। ਹਨੇਰਾ ਕਿਉਂ ਆ? ਕਿਉਂਕਿ ਲਾਈਟ ਨਹੀਂ ਹੈਗੀ। ਲਾਈਟ ਦੇ ਬਾਰੇ ਤਾਂ ਕੋਈ ਕੰਮ ਹੀ ਨਹੀਂ ਕਰ ਰਹੇ, ਆਪਾਂ ਹੋਰ ਕੰਮ ਕਰੀ ਜਾ ਰਹੇ ਹਾਂ। ਇਸੇ ਕਰਕੇ ਹਨੇਰਾ ਦੂਰ ਨਹੀਂ ਹੋ ਰਿਹਾ। ਜਦੋਂ ਲਾਈਟ ਜਗਾਈ ਤੇ ਹਨੇਰਾ ਹੋ ਗਿਆ, ਭਾਵੇਂ 100 ਕੀ ਕਰੋੜ ਸਾਲ ਦਾ ਹੋਵੇ। ਮਸਕੀਨ ਸਾਹਿਬ ਤੇ ਇਹੋ ਕਹਿੰਦੇ ਕਿੰਨਾ ਮਰਜੀ ਪੁਰਾਣਾ ਹਨੇਰਾ ਹੈ, ਜਦੋਂ ਤੁਸੀਂ ਪ੍ਰਕਾਸ਼ ਕੀਤਾ ਹਨੇਰਾ ਦੂਰ ਹੋ ਜਾਏਗਾ। ਠੀਕ ਹੈ ਨਿਜਰ ਸਾਹਿਬ, ਅੱਗੇ ਪੌੜੀ ਆ ਗਈ ਜੀ। ਇਹ ਪੌੜੀ ਦੇ ਵਾਸਤੇ ਹੈ ਜੀ। ਸਾਰੇ ਦੋ ਸ਼ਲੋਕ ਲਏ ਆਪਾਂ ਨੇ। ਹੁਣ ਪੌੜੀ ਕੀ ਕਹਿ ਰਹੀ ਹੈ? ਪੌੜੀ ਕਾਇਆ ਹੰਸ ਸੰਜੋਗ ਮੇਲ ਮਿਲਾਇਆ। ਦੇਖ ਲਾ ਪਿਆਰਿਆ, ਹਮੇਸ਼ਾ ਨਹੀਂ ਰਹਿਣ ਵਾਲਾ ਤੇਰਾ ਸਰੀਰ। ਇਹ ਹੰਸ ਜਿਹੜਾ ਹੈਗਾ ਅੰਦਰ ਤੇਰੇ ਹੰਸ ਹੈਗਾ,
ਔਰ ਕਾਇਆ ਹੈਗੀ ਤੇਰੀ। ਇਹਨਾਂ ਦੋਨਾਂ ਦਾ ਸੰਜੋਗ ਹੋਇਆ ਪਿਆ, ਮਾਲਕ ਨੇ ਕੀਤਾ ਹੈ। ਸਰੀਰ ਦੇ ਵਿੱਚ ਜਿਹੜਾ ਹੈਗਾ ਤੈਨੂੰ ਸਰੀਰ ਦੇ ਵਿੱਚ ਸਰੀਰ ਦਿੱਤਾ, ਕੱਪੜਾ ਦਿੱਤਾ, ਕਾਇਆ ਦਿੱਤੀ ਹੈ। ਇਹ ਬਹੁਤ ਚੰਗਾ ਸੰਜੋਗ ਆ, ਤੇਰੇ ਚੰਗੇ ਭਾਗ ਖੁੱਲ ਗਏ, ਤੈਨੂੰ ਮਨੁੱਖੀ ਜੂਨ ਲੱਭ ਗਈ ਆ। ਤਿਨ ਹੀ ਕੀਆ ਵਿਜੋਗ ਜਿਨੇ ਉਪਾਇਆ, ਔਰ ਉਹਨੇ ਮਾਲਕ ਨੇ ਤੇਰਾ ਵਿਜੋਗ ਵੀ ਜਿਹੜਾ ਨਿਰਧਾਰਿਤ ਕੀਤਾ ਹੈ। ਜਦ ਤੇਰੇ ਪੈਦਾ ਹੋਇਆ ਤੇ ਤੇਰਾ ਮਰਨ ਉਸੇ ਵੇਲੇ ਲਿਖਿਆ ਹੋਇਆ ਹੈ। ਤਿਨ ਹੀ ਕੀਆ ਵਿਜੋਗ ਜਿਨੇ ਉਪਾਇਆ, ਜਿਸ ਨੇ ਪੈਦਾ ਕੀਤਾ ਹੈ ਉਸ ਨੇ ਇਹਦਾ ਵਿਜੋਗ ਵੀ ਨਿਰਧਾਰਿਤ ਕੀਤਾ ਹੋਇਆ। ਫਿਰ ਮੂਰਖ ਭੋਗੇ ਭੋਗ ਦੁੱਖ ਸਬਾਇਆ। ਬਸ ਕਹਿੰਦੇ ਮੂਰਖ ਇਨਸਾਨ ਜਿਹੜਾ ਹੈ ਕੀ ਕਰਦਾ ਹੈ, ਦੁਨੀਆ ਦੇ ਪਦਾਰਥ ਭੋਗ, ਸਵਾਦ, ਇਹ ਸ਼ਰਾਬ, ਹੋਰ ਮੀਟ ਮੱਛੀ, ਹੋਰ ਦੁਨੀਆ ਦੇ ਸਾਰੇ ਜਿੰਨੇ ਵੀ ਦੁਨੀਆ ਦੇ ਜਿਹੜੇ ਹੈਗੇ ਪਦਾਰਥ ਹੈਗੇ ਉਹਨਾਂ ਨੂੰ ਭੋਗਣ ਦੇ ਉੱਤੇ ਹੀ ਲੱਗਿਆ ਹੋਇਆ ਭਾਈ। ਕਹਿੰਦੇ ਇਹ ਸਾਰਾ ਕੁਝ ਦੁੱਖ ਹੈ, ਸਾਰੇ ਦੇ ਸਾਰੇ ਦੁੱਖ ਸਬਾਇਆ। ਸਾਰੇ ਭੋਗ ਜਿਹੜੇ ਹੈਗੇ ਦੁੱਖਾਂ ਦਾ ਕਾਰਨ ਹੈਗੇ। ਮੂਰਖ ਭੋਗੇ ਭੋਗ ਦੁੱਖ ਸਬਾਇਆ। ਕਹਿੰਦੇ ਇਹ ਤਾਂ ਬੜੇ ਸੁਖੀ ਹੈ, ਇਹ ਤਾਂ ਬੜਾ ਸਵਾਦ ਆਉਂਦਾ ਇਹਦੇ ਨਾਲ। ਕਹਿੰਦੇ ਸੁੱਖੋਂ ਉੱਠੇ ਰੋਗ ਪਾਪ ਕਮਾਇਆ। ਕਹਿੰਦੇ ਸੁੱਖ ਦੇ ਨਾਲ ਤਾਂ ਰੋਗ ਪੈਦਾ ਹੋ ਜਾਣੇ ਤੇਰੇ ਅੰਦਰ ਪਿਆਰਿਆ। ਤੇਰਾ ਮਨ ਰੋਗੀ ਹੋ ਜਾਣਾ, ਤੇਰਾ ਤਨ ਰੋਗੀ ਹੋ ਜਾਣਾ। ਤੂੰ ਤਾਂ ਪਾਪ ਕਮਾ ਰਿਹਾ ਹੈ। ਕਹਿੰਦੇ ਬੜੀ ਖੁਸ਼ੀ ਆਉਂਦੀ ਆ। ਕਹਿੰਦੇ ਹਰਖੋਂ ਸੋਗ ਵਿਜੋਗ, ਤੇਰੀ ਖੁਸ਼ੀ ਤੋਂ ਤਾਂ ਕਹਿੰਦੇ ਸੋਗ ਤੇ ਵਿਜੋਗ ਆ ਤੇਰਾ। ਪਰਮਾਤਮਾ ਦੇ ਨਾਲੋਂ ਤੇਰਾ ਵਿਜੋਗ ਹੈਗਾ। ਔਰ ਤੈਨੂੰ ਖੁਸ਼ੀ ਤਾਂ ਆ ਨਹੀਂ ਰਹੀ, ਤੇਰਾ ਤੂੰ ਖੁਸ਼ ਤਾਂ ਨਜ਼ਰ ਆਉਂਦਾ ਨਹੀਂ ਹੈ। ਤੇਰਾ ਤਾਂ ਟੈਨਸ਼ਨ ਜਿਹੜਾ ਹੈਗਾ ਤੇ ਜਾਂਦਾ ਨਹੀਂ ਹੈ ਤੇਰੇ ਅੰਦਰ। ਸਰੀਰ ਤੇਰਾ ਕਮਜ਼ੋਰ ਹੋਈ ਜਾ ਰਿਹਾ, ਰੋਗ ਤੈਨੂੰ ਆਈ ਜਾ ਰਿਹਾ। ਹਰਖੋਂ ਸੋਗ ਵਿਜੋਗ ਉਪਾਏ ਖਪਾਇਆ। ਔਰ ਇਸ ਤਰੀਕੇ ਦੇ ਨਾਲ ਤੂੰ ਜਿਹੜਾ ਹੈਗਾ ਪੈਦਾ ਹੋ ਗਿਆ ਹੈ ਔਰ ਜਿਹੜਾ ਖਪ ਗਿਆ ਹੈ। ਆਈ ਤੇਰਾ ਕੁਛ ਹੋ ਰਿਹਾ, ਤੇਰੇ ਪੱਲੇ ਤਾਂ ਕੁਛ ਵੀ ਨਹੀਂ ਹੈ, ਤੇਰੇ ਪੱਲੇ ਤਾਂ ਡੱਕਾ ਵੀ ਹੈ ਨਹੀਂ। ਮੂਰਖ ਗਣਤ ਗਣਾਏ ਝਗੜਾ ਪਾਇਆ। ਕਹਿੰਦੇ ਮੂਰਖ ਹੈ ਜਿਹੜਾ ਆਪਣੀ ਜਿਹੜੀ ਹੈਗੀ ਦਾਅਵੇ ਕਰੀ ਜਾ ਰਿਹਾ ਹੈ, ਗਿਣਤੀ ਕਰੀ ਜਾ ਰਿਹਾ ਹੈ ਆਪ ਸਾਰੀ ਦੁਨੀਆ ਦੇ ਪਦਾਰਥਾਂ ਦੀ, ਔਰ ਆਪਣੇ ਆਪ ਨੂੰ ਜਿਹੜਾ ਹੈਗਾ ਸ਼ੋਕਾਜ਼ ਕਰ ਰਿਹਾ ਹੈ। ਮੂਰਖ ਗਣਤ ਗਣਾਏ ਝਗੜਾ ਪਾਇਆ। ਔਰ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਹੈਗਾ ਸੰਸਾਰਿਕ ਜਿਹੜੇ ਹੈਗੇ ਝਮੇਲਿਆਂ ਦੇ ਵਿੱਚ, ਇਹ ਝਗੜਿਆਂ ਦੇ ਵਿੱਚ ਹੀ ਲੱਗਿਆ ਰਹਿੰਦਾ ਹੈ। ਕਰਤਾ ਕਰੇ ਸੁਹੋਗ ਨਾ ਚੱਲੇ ਚਲਾਇਆ। ਪਿਆਰਿਆ ਜੋ ਮਾਲਕ ਨੇ ਕਰਨਾ ਹੈਗਾ ਉਹ ਹੋਣਾ ਹੈਗਾ, ਨਾ ਚੱਲੇ ਚਲਾਇਆ। ਔਰ ਤੇਰੇ ਕੀਤੇ ਦੇ ਨਾਲ ਜਿਹੜਾ ਕੁਛ ਨਹੀਂ ਹੋਣਾ। ਕਰਤਾ ਕਰੇ ਸੁਹੋਗ, ਜੋ ਮਾਲਕ ਨੇ ਕਰਨਾ ਆ ਉਹੀ ਹੋਣਾ ਆ। ਤੇਰੀ ਚਤੁਰਾਈ, ਤੇਰੀ ਬੁੱਧੀ, ਤੇਰੀ ਮਤ, ਇਹਦੇ ਨਾਲ ਕੁਛ ਵੀ ਨਹੀਂ ਹੋਣਾ। ਨਾ ਇਹ ਚੱਲਣੀ ਨਹੀਂ ਹੈ ਬਿਲਕੁਲ ਵੀ। ਕਰਤਾ ਕਰੇ ਸੁਹੋਗ ਹੋਣਾ, ਕਰਤੇ ਦੀ ਮੱਤ ਦੇ ਨਾਲ ਹੋਣਾ ਹੈ। ਕਰਤਾ ਕਰੇ ਸੁਹੋਗ ਨਾ ਚੱਲੇ ਚਲਾਇਆ। ਤੇਰਾ ਕੁਛ ਨਹੀਂ ਚੱਲਣਾ ਇਸ ਜਗ੍ਹਾ ਦੇ ਉੱਤੇ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਕਰਤਾ ਕਰੇ ਸੋ ਹੋ ਨਾ ਚੱਲੇ ਚਲਾ। ਕਿਉਂਕਿ ਤੇਰਾ ਜਿਹੜਾ ਜੀਵਨ ਦੀ ਦਿਸ਼ਾ ਹੈ, ਜਿਹੜੀ ਤੂੰ ਸੋਚਦੇ ਆ ਨਾ, ਇਹ ਕਰਮ ਕਾਂਡ ਨੇ। ਏਦਾਂ ਕਰਨ ਦੇ ਨਾਲ ਕੁਛ ਨਹੀਂ ਹੋਵੇਗਾ। ਜੋ ਧਰਮ ਦੇ ਵਿੱਚ ਹੈ ਉਹੀ ਤੈਨੂੰ ਅਪਣਾਉਣਾ ਪਊਗਾ। ਜੋ ਚੀਜ਼ ਸੱਚ ਹੈ, ਕਿਉਂਕਿ ਜਿੰਨਾ ਚਿਰ ਤੂੰ ਸੱਚ 'ਚ ਨਹੀਂ ਚੱਲੇਗਾ ਤੇ ਤੇਰਾ ਮਨ ਹੀ ਨਹੀਂ ਸ਼ਾਂਤ ਹੋਣਾ। ਤੇ ਭਾਵੇਂ ਤਨ ਤੇ ਤੂੰ ਜੋ ਮਰਜ਼ੀ ਪਾਇਆ, ਭਾਵੇਂ ਤੂੰ ਲਾਲ ਰੰਗ ਦੇ ਕੱਪੜੇ ਪਾਏ, ਪੀਲੇ ਪਾਏ, ਹਰੇ ਪਾਏ, ਉਹ ਤੇਰੀ ਮਰਜ਼ੀ। ਭਾਵੇਂ ਤੂੰ ਚਿੱਟੇ ਪਾਏ। ਤੇ ਅਗਲੇ ਬੜੇ ਤੁਕ ਵੇਖੋ ਉੱਪਰ ਫੇਰ ਸਮਝਾ ਰਹੇ ਨੇ, ਮੂਰਖ ਕਹਿੰਦੇ ਭੋਗਾਂ ਨੂੰ ਭੋਗ ਕਰਦੇ। ਹਾਂ, ਉਹ ਤੋਂ ਰੋਗ ਪੈਦਾ ਹੁੰਦੇ ਆ। ਦੇਖੋ ਬਾਣੀ ਕਿੰਨੀ ਕਲੀਅਰ ਕਹਿ ਰਹੀ ਹੈ, ਸੁੱਖ ਤੋਂ ਰੋਗ ਪੈਦਾ ਹੋਣਗੇ। ਬਾਣੀ ਚ ਵੀ ਕਿਹਾ ਦੁੱਖ ਸੁੱਖ ਰੋਗ ਪਿਆ, ਦੁੱਖ ਦਾਰੂ ਸੁੱਖ ਰੋਗ ਪਿਆ। ਤੂੰ ਕਿਤੇ ਨੂੰ ਜਿਹਦੇ ਲੋੜ ਤੋਂ ਵੱਧ ਸੁੱਖ ਮਿਲ ਗਿਆ ਤੇ ਤੂੰ ਕੋਈ ਗਲਤ ਕੰਮ ਵੀ ਕਰਨੇ ਸ਼ੁਰੂ ਕਰ ਦੇਣੇ, ਤੂੰ ਪਰਵਾਹ ਨਹੀਂ ਕਰਨੀ। ਹਾਂ, ਰੋਗ ਇਸ ਕਰਕੇ ਆ ਗੋਰਖੀ ਸਾਹਿਬ, ਬਾਣੀ ਜਿਹੜੀ ਕਹਿੰਦੀ ਆ ਦੁੱਖ ਦਾਰੂ ਹੈਗਾ। ਇਹ ਜਿਹੜੇ ਦਾਰੂ ਹੈਗੇ ਆ, ਦੁੱਖ ਮਿਲਦੇ ਇਨਸਾਨ ਨੂੰ, ਤੇ ਇਹ ਦਵਾਈ ਹੈਗੀ, ਤਾਂ ਹੀ ਹਟੂਗਾ। ਨਹੀਂ ਤਾਂ ਹਟੂਗਾ ਕਿਉਂ? ਜੇ ਦੁੱਖ ਹੀ ਨਾ ਹੋਣ ਤੇ ਕਿਉਂ ਹਟੂਗਾ ਭਾਈ? ਜੇ ਭੋਗਾਂ ਦੇ ਵਿੱਚੋਂ ਰੋਗ ਨਾ ਪੈਦਾ ਹੋਣ ਤੇ ਇਨਸਾਨ ਭੋਗ ਛੱਡੂਗਾ ਕਿਵੇਂ? ਹਾਂਜੀ ਵੀਰ ਜੀ। ਨਿਜਸਾ ਮੋਹ ਚ ਬੰਦਾ ਚੱਲਦਾ, ਕਿੱਦਾਂ ਜੀਵਨ ਬਤੀਤ ਕਰਦਾ। ਇਹ ਲੋ ਬੱਚੇ ਫਿਰ ਇਹਨੂੰ ਸਬਕ ਵੀ ਦਿੰਦੇ ਆ ਕਿ ਤੂੰ ਜਿਹੜਾ ਮੋਹ ਕਰਕੇ ਬੈਠਾ ਤੂੰ ਛੱਡ ਦੇ ਇਹਨੂੰ। ਪਰ ਵੇਖ ਲਓ ਭਾਵੇਂ ਜੋ ਮਰਜ਼ੀ ਹੋ ਜਾਏ, ਬੰਦਾ ਮੋਹ ਦਾ ਤਿਆਗ ਥੋੜੀ ਕਰਦਾ। ਬਿਲਕੁਲ, ਮੋਹ ਇੰਨਾ ਪਾਵਰਫੁਲ ਚੀਜ਼ ਹੈ। ਸੋ ਇਹ ਬਾਣੀ ਉਹ ਕਹਿੰਦੀ ਹੈ ਕਿ ਆਪਾਂ ਨੂੰ
ਦੇਖੋ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਣ ਦੀ ਲੋੜ ਹੈ। ਇਹ ਨਹੀਂ ਕਿ ਹੁਣ ਕੰਮ ਕਰਨਾ ਬੰਦ ਕਰ ਦੇਣਾ ਤੇ ਜੰਗਲ 'ਚ ਜਾ ਕੇ ਬਹਿ ਜਾਣਾ, ਉਹ ਵੀ ਮਨਾ ਕਰਦੇ ਆ। ਤੇ ਉਹ ਕਹਿੰਦੇ ਆ ਕਿ ਤੇਰਾ ਜਿਹੜਾ ਜੀਵਨ ਹੈ ਨਾ, ਤੇਰਾ ਜੀਵਨ ਜਾਂਦਾ ਕਿੱਧਰ ਪਿਆ ਹੈ, ਇਹ ਬੜਾ ਇੰਪੋਰਟੈਂਟ ਹੈ। ਜੋ ਤੂੰ ਦਿਖਾ ਰਿਹਾ ਉਹ ਇੱਕ ਅਲੱਗ ਚੀਜ਼ ਹੈ। ਮੇਜਰ ਸਾਹਿਬ, ਇੱਕ ਤੇ ਦਿਖਾਉਣਾ, ਇੱਕ ਹੋਣਾ, ਬੜਾ ਫਰਕ ਹੈ। ਬਹੁਤ ਜ਼ਿਆਦਾ ਫਰਕ ਹੈ, ਬਹੁਤ ਜ਼ਿਆਦਾ ਫਰਕ ਹੈ। ਜੋ ਹੋਣਾ ਹੈ, ਜੋ ਤੇਰਾ ਜੀਵਨ ਹੈਗਾ, ਉਹਦੇ ਨਾਲ ਤੈਨੂੰ, ਉਹਦੇ ਨਾਲ ਮਿਲਣਾ ਹੈ ਜੋ ਕੁਝ ਵੀ ਫਲ ਮਿਲਣਾ ਹੈ ਤੈਨੂੰ ਭਾਈ। ਤੇ ਜੋ ਤੂੰ ਦਿਖਾਵਾ ਕਰ ਰਿਹਾ ਉਹ ਕੇਵਲ ਸੰਸਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਬਾਣੀ ਜਾਵਾ ਆਖਰ ਤੇ ਤੁਕ ਚ ਇਹੋ ਸਮਝਾਇਆ ਵਾ, ਕਰਤਾ ਕਰੇ ਸੋ ਹੋ ਨਾ ਚੱਲੇ ਚਲਾ। ਤੇ ਜੇ ਤੂੰ ਜੋ ਦਿਖਾਵਟ ਕਰ ਰਿਹਾ ਉਹ ਕੇਵਲ ਤੈਨੂੰ ਇੱਥੇ ਸੋਭਾ ਮਿਲ ਜੂਗੀ ਸੰਸਾਰ ਦੇ ਵਿੱਚ, ਬਾਕੀ ਏਦਾਂ ਦਾ ਕੋਈ ਅੱਗੇ ਅਰੇਂਜਮੈਂਟ ਨਹੀਂ ਹੈਗਾ। ਬਰਸ਼ ਨਾ ਕਰੇ ਤੇ ਜ਼ਿਆਦਾ ਨਹਾਉਣ ਨਾਲ, ਸਾਫ਼ ਸੁਥਰੇ ਕੱਪੜੇ ਜਾਂ ਨੀਲੇ ਪੀਲੇ ਕੱਪੜੇ ਪਾਉਣ ਦੇ ਨਾਲ ਤੈਨੂੰ ਕੋਈ ਅਗਲੇ ਬੰਨੇ ਕੋਈ ਸਪੈਸ਼ਲ ਪ੍ਰੈਫਰੈਂਸ ਮਿਲੂਗੀ, ਬੜੀ ਰਿਸਪੈਕਟ ਮਿਲੂਗੀ। ਏਦਾਂ ਦਾ ਕੋਈ ਖੇਡ ਨਹੀਂ ਹੈਗੀ। ਹਾਂਜੀ ਮੇਜਰ ਸਾਹਿਬ, ਜੇ ਉਹ ਮਹਾਰਾਜ ਤਾਂ ਕਹਿੰਦੇ ਕਿ ਦੇਖ ਤੂੰ ਖੋਟ ਦੇ ਨਾਲ ਲੱਗਿਆ ਹੋਇਆ ਪਿਆਰਿਆ, ਤੂੰ ਖੋਟਾ ਸਿੱਕਾ ਹੈਗਾ, ਇਹ ਅੱਗੇ ਨਹੀਂ ਚੱਲਣਾ ਤੇਰਾ ਆ ਜੀਵਨ ਦੁਨੀਆ ਸੰਸਾਰ ਦੇ ਵਿੱਚ ਚੱਲ ਜੂਗਾ। ਅੱਗੇ ਖੋਟਾ ਉਹਨੇ ਤਾਂ ਪਰੇ ਮਾਰਨਾ, ਧਰਮਰਾਜ ਨੇ ਕੱਢ ਕੇ। ਹਾਂਜੀ ਵੀਰ ਜੀ। ਹਾਂ, ਕਹਿੰਦੇ ਨਕਲੀ ਕਰੰਸੀ ਨਹੀਂ ਚੱਲਦੀ ਤੇ ਇਸ ਸੰਸਾਰ ਦੇ ਤੇ ਪ੍ਰਮਾਤਮਾ ਦੇ ਘਰ 'ਚ ਤੂੰ ਨਕਲੀ ਸਿੱਕਾ ਕਿੱਥੋਂ ਚੱਲ ਜਾਏਗਾ। ਹਾਂ ਬਿਲਕੁਲ ਸਿੱਧੀ ਗੱਲ ਹੈ। ਸਾਧ ਸੰਗਤ ਜੀ, ਸੌਖੀ ਗੱਲ ਕਰ ਦਈਏ, ਨਕਲੀ ਰੁਪਈਆ ਨਹੀਂ ਚੱਲ ਸਕਦਾ। ਅੱਜ ਦੇ ਕੱਲ ਨੂੰ ਫੜਿਆ ਜਾਣਾ ਤੇ ਆਪ ਜਸਟ ਸੋਚੋ ਕਿ ਪ੍ਰਮਾਤਮਾ ਦੇ ਘਰ ਵੀ ਉਹ ਰੰਗ ਰੁੰਗੋ ਨਕਲੀ ਰੁਪਈਏ ਵਰਗਾ ਹੀ ਬਣਾ ਲਈਏ, ਉਸੇ ਤਰ੍ਹਾਂ ਦਾ ਕੱਪੜਾ ਯੂਜ਼ ਕਰ ਲਈਏ ਜੋ ਇੱਥੇ ਇਸਤੇਮਾਲ ਕੀਤਾ ਹੈ, ਸੇਮ ਡਿਜ਼ਾਈਨ ਪਾ ਦਈਏ। ਪਰ ਜਦੋਂ ਵੀ ਉਹ ਸਿੱਕਾ ਜਦੋਂ ਉੱਥੇ ਟਕਸਾਲ 'ਚ ਗਿਆ, ਜਿੱਥੇ ਪਤਾ ਲੱਗਦਾ ਹੈ ਕਿ ਨਕਲੀ ਤੇ ਅਸਲੀ, ਉਹ ਹਿਸਾਬ ਧਰਮ ਹੈ, ਧਰਮਰਾਜ ਆ। ਜਿਹੜਾ ਤੁਹਾਡੇ ਕੋਲ ਅਸਲੀ ਬਚਣਾ ਕੇਵਲ ਉਹੀ ਆ, ਨਕਲੀ ਤੁਹਾਡੇ ਤੋਂ ਅਲੱਗ ਹੋ ਜਾਣਾ ਵਾ। ਸਹੀ ਹੈ ਨਾ ਸਾਹਿਬ? ਬਿਲਕੁਲ ਸਹੀ ਹੈ ਜੀ, ਬਿਲਕੁਲ ਸਹੀ ਹੈ। ਇਸ ਕਰਕੇ ਨਕਲੀ ਦੇ ਪਿੱਛੇ ਆਪਣਾ ਜੀਵਨ ਨਾ ਖਰਾਬ ਕਰੀਏ, ਆਪਾਂ ਅਸਲੀ ਲੱਭੀਏ। ਤੇ ਅਸਲੀ ਕਹਿੰਦੇ ਗੁਰਮੁਖ ਤੇ ਇਹੋ ਕਹਿੰਦੇ ਆ ਕਿ ਸੰਗਤ ਕਰੋ, ਗਿਆਨ ਪ੍ਰਾਪਤ ਕਰੋ ਤੇ ਸ਼ੁਰੂ ਹੋ ਜਾਓ। ਬਸ ਸ਼ੁਰੂ ਕਦੋਂ ਕਹਿੰਦੇ ਆ, ਕਹਿੰਦੇ ਕੱਲ ਕਿਨੇ ਵੇਖਿਆ, ਅੱਜ ਤੋਂ ਸ਼ੁਰੂ ਹੋ ਜਾ। ਕਹਿੰਦੇ ਬਸ ਗਿਆਨ ਦੀ ਕਮਾਈ ਕਰਨੀ। ਹਾਂ, ਕਮਾਈ ਕਰੋ ਗਿਆਨ ਦੀ, ਕਿ ਜੋ ਗਿਆਨ ਕਹਿ ਰਿਹਾ ਉਹ ਕੰਮ ਕਰੀਏ, ਬਸ ਤਾਂ ਗੱਲ ਬਣਨੀ। ਹਾਂ ਬਿਲਕੁਲ ਠੀਕ ਹੈ ਜੀ। ਅੱਜ ਦੀ ਵਿਚਾਰਨੇ ਚ ਸਭ ਇੱਥੇ ਸਮਾਪਤ। ਹਾਂਜੀ ਬਿਲਕੁਲ ਜੀ, ਬਹੁਤ ਵਧੀਆ ਗੋਪੀ ਸਾਹਿਬ। ਓਕੇ ਜੀ। ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸਮਝ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ੋ। ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਦਿਨ ਰੋਗਤਾ ਤੰਦਰੁਸਤੀ ਬਖਸ਼ਣੀ ਮੇਰੇ ਮਾਲਿਕ। ਮੇਰੇ ਪਿਤਾ ਇੱਕ ਅਰਦਾਸ ਆਈ ਹੈ, ਇੱਕ ਸਾਧਕ ਨੇ ਆਪਣੇ ਬੱਚੀ, ਉਹਨਾਂ ਦੇ ਘਰ ਬੱਚਾ ਹੋਇਆ, ਰੱਬ ਨੇ ਮਿਹਰ ਕੀਤੀ ਹੈ, ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ, ਸਮੱਤ ਬਖਸ਼ੋ। ਇੱਕ ਮੇਰੇ ਪਿਤਾ ਹੋਰ ਅਰਦਾਸ ਹੈ, ਇੱਕ ਲੱਤ ਦਾ ਆਪਰੇਸ਼ਨ ਕਰਾਇਆ, ਕਹਿੰਦੇ ਆ ਕਿ ਥੋੜਾ ਜਿਹਾ ਦਰਦ ਨਿਕਲਦੀ ਹੈ, ਆਪ ਉਹਨਾਂ ਨੂੰ ਤੰਦਰੁਸਤੀ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਦਾਸ ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ
जी का खालसा वाहिगुरू जी की ਫਤਿਹ।